ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਗ ਗੁਰ ਭੁਲ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਿਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। जो हमारी पित होती मेरे सतगुरा, साबित तुम हर जानो आपे। कोई बात न पूछता गुर सतगुर संग, कीरे हम थापे। हम रुलते फिरते कोई बात न पूछता, गुर सतगुर संग, कीरे हम थापे। परम सन्मानयोग
हाजरा हजूर जाहरा जहूर चवर छतर और ताकत दे मालिक समुची कायनात दे रहबर वालिए कोलाला गुरता गद्दी ते सुभाईमान धन 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 सतगुरु साहिब श्री गुरु ग्रंथ साहिब महाराज जियां दी पावन और पवित्र हजूरी दे अंदर भाई बाला जी दे पावन अस्थानां ते माघ महीने की लड़ी विच 7वें अखंड पाठ साहिब जी के भोगां के समय सतसंगत रूप हो करके हाजरियां भर रहे गुरु प्यारे गुरु सवारे सतसंगी जनों। सो सतगुरु पातशाह महाराज जी ने नगर ते कृपा की इस अखंड पाठां की लड़ी की सेवा नगर के कोलों सतगुरु पातशाह आप लै लेंदे ने। इहनूं सालाना समागम भी कह सकते हैं, हर साल हुंदा है। लड़ी दे विच 7वें अखंड पाठ साहिब की सेवा सरदार जसप्रीत सिंह, सरदार परविंदर सिंह जी, साहब स्वर्गवासी सरदार दर्शन सिंह जी मनीला वाले इस गुरमुख परिवार के सिर ते गुरु पातशाह महाराज जी ने मेहरा भरिया बख्शिश भरिया सिर ते हाथ रखिया और 7वें अखंड पाठ साहिब की सेवा लई सारे छोटे वड्डे परिवार ने रल मिल के परसों भाई बाला जी के पावन स्थानां ते श्री अखंड जाप प्रारंभ करवाए। इस वेले संपूर्णता सहित गुरबाणी पढ़ी गई, भोग पाए गए। कुछ क समा आधा को घंटा तकरीबन आप जियां दे नाल गुरमत विचारां और इतिहास दियां विचारां की सांझ पावांगे। सारी संगत ने एकाग्रता का दान बख्शिश करना और विचार शुरू करने तो पहला शहीद पिता दे पुत्र, शहीद पुत्रां दे पिता सरबंसदानी गुरु गोबिंद सिंह महाराज जी की बख्शिश दोहराओ, हाजरी लगाओ। थोड़ी जी आवाज़ अंदरली घट कर दो। सारी संगत एको वार कहण ते गज के बुलायो फतेह। आखियो जी वाहिगुरु जी का खालसा वाहिगुरु जी की फतेह। जिहड़े रह गए ने फिर कृपा करियो जी। गज के दोवें हाथ जोड़ के सतगुरु पातशाह नूं सीस झुका के आखियो जी वाहिगुरु जी का खालसा वाहिगुरु जी की फतेह। सतसंगी जनों, सतगुरु पातशाह महाराज जी की बाणी नूं जदों आपां पढ़दे हां ते सतगुरु पातशाह महाराज की बाणी सानूं जीवन जिउण का तरीका दसदी है। अज आपां विषय रखिया ये गल करनी है, हक हलाल की कमाई करनी है। अज साडे घरां 'च ये रोग है कि कमाई करते हैं,
ਸਾਰਾ ਸਾਰਾ ਦਿਨ ਮਿਹਨਤ ਕਰਦੇ ਹਾਂ ਪਰ ਬਰਕਤ ਨਹੀਂ ਪੈਂਦੀ। ਕਾਰਨ ਕੀ ਹੈ? ਬਰਕਤ ਕਿਉਂ ਨਹੀਂ ਪੈਂਦੀ? ਕਈ ਵਾਰ ਅਸੀਂ ਹਾਰਡ ਵਰਕ ਕਰਦੇ, ਬੜੀ ਸਖਤ ਮਿਹਨਤ, ਪਰ ਫਿਰ ਵੀ ਘਰ ਦੇ ਵਿੱਚ ਗਰੀਬੀ ਹੁੰਦੀ ਹੈ। ਜਿੱਥੇ ਪਹਿਲਾਂ ਸੀ ਉੱਥੇ ਜੀ ਟਿਕੇ ਬੈਠੇ ਆ। ਜਿੰਨਾ ਕਾਰੋਬਾਰ ਦਾਦੇ ਪੜਦਾਦਿਆਂ ਨੇ ਚਲਾਇਆ ਸੀ ਉੱਥੇ ਕੀ ਖੜਾ ਹੈ। ਮਿਹਨਤ ਵੱਧ ਗਈ ਹੈ ਪਰ ਤਰੱਕੀ ਨਹੀਂ ਹੋਈ, ਕਾਮਯਾਬੀ ਨਹੀਂ ਹੋਈ। ਕਾਰਨ ਇਹੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਵੀ ਅਸੀਂ ਕਰਮ ਕਾਂਡ ਬਣਾ ਦਿੱਤੀ ਵੀ ਇਹ ਵੀ ਇੱਕ ਕਰਮ ਹੈ, ਕਰ ਲੈਣਾ ਚਾਹੀਦਾ। ਬਾਣੀ ਦਾ ਪ੍ਰਕਾਸ਼ ਕਰਾ ਦਿਓ, ਭੋਗ ਪਾ ਦਿਓ ਗ੍ਰੰਥੀ ਸਿੰਘਾਂ ਨੂੰ, ਪੈਸੇ ਦੇ ਦਿਓ, ਬਸ ਇੰਨਾ ਕੀ ਕੰਮ। ਪਰ ਕਾਰਨ ਇਹ ਸੀ ਕਿ ਬਾਣੀ ਨੂੰ ਅਸੀਂ ਆਪ ਖੁਦ ਪੜ੍ਹ ਕੇ ਵਿਚਾਰਨਾ ਸੀ। ਠੀਕ ਹੈ, ਅਸੀਂ ਗ੍ਰੰਥੀ ਸਿੰਘ ਲਾਏ ਨੇ, ਬਾਣੀ ਪੜ੍ਹ ਰਹੇ ਨੇ, ਸਾਡਾ ਕੌਮੀ ਕਨਸੈਪਟ ਠੀਕ ਹੈ, ਪਰ ਸਤਿਗੁਰੂ ਪਾਤਸ਼ਾਹ ਨੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਕਿ ਕਿਸੇ ਕੋਲੋਂ ਬਾਣੀ ਪੜ੍ਹਾਓ। 18-10-20 ਤੱਕ ਇਸ ਗੱਲ ਦੀ ਇਜਾਜ਼ਤ ਨਹੀਂ ਕਿ ਕਿਸੇ ਦੇ ਕੋਲੋਂ ਅਰਦਾਸ ਕਰਵਾਓ। ਜਦੋਂ ਵੀ ਬਾਣੀ ਵਿੱਚ ਆਏਗਾ, ਪਾਤਸ਼ਾਹ ਨੇ ਆਖਿਆ ਗੁਰਸਿੱਖਾ ਬਾਣੀ ਪੜ੍ਹ, ਪਾਤਸ਼ਾਹ ਨੇ ਆਖਿਆ ਗੁਰੂ ਚਰਨਾਂ 'ਚ ਅਰਦਾਸ ਕਰ, ਗੁਰਬਾਣੀ ਪੜ੍ਹਾਓ, ਅਰਦਾਸ ਕਰਾਓ। ਇਹ ਸ਼ਬਦ ਬਾਣੀ ਵਿੱਚ ਨਹੀਂ ਆਇਆ। ਹਾਂ, ਕਿਸੇ ਨੇ ਪੜ੍ਹਿਆ ਹੋਇਆ ਤੇ ਮੇਰੇ ਗਿਆਨ 'ਚ ਜ਼ਰੂਰ ਵਾਧਾ ਕਰ ਦਿਓ, ਕਿਉਂਕਿ ਗੁਰਬਾਣੀ ਅਥਾਹ ਹੈ, ਸਮੁੰਦਰ ਹੈ, ਮੈਂ ਭੁੱਲਦਾ ਨਾ ਹੋਵਾਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਆਪ ਪੜ੍ਹੀਏ ਅਤੇ ਵਿਚਾਰੀਏ। ਅੱਜ ਅਸੀਂ ਘਰਾਂ ਵਿੱਚ ਗੁਰੂ ਸਾਹਿਬ ਦੀਆਂ ਫੋਟੋ ਲਾ ਲੈਂਦੇ ਹਾਂ, ਠੀਕ ਹੈ, ਚੰਗੀ ਗੱਲ ਹੈ, ਮੁਬਾਰਕ ਹੈ, ਪਿਆਰ ਹੈ ਤਾਂ ਹੀ ਲਾਉਣੇ ਆ। ਜੇ ਕਿਤੇ ਫੋਟੋ ਦੀ ਥਾਂ 'ਤੇ ਗੁਰਬਾਣੀ ਦੀ ਤੁਕ ਲਿਖੀ ਹੋਵੇ, ਉੱਠਦਿਆਂ ਬਹਿੰਦਿਆਂ ਪੜ੍ਹਦੇ ਰਹੀਏ। ਕੋਈ ਫੋਟੋ ਹੀ ਇਹੋ ਜਿਹੀ ਛਪੀ ਹੋਵੇ, ਉਹਦੇ 'ਤੇ ਸ਼ਬਦ ਲਿਖਿਆ ਹੋਵੇ ਅਤੇ ਤੁਰਦੇ ਫਿਰਦੇ ਘਰੇ ਪੜ੍ਹੀਏ। ਜੇ ਬੰਦੇ ਨੇ ਚੋਰੀ ਕਰਨ ਜਾਣਾ ਹੈ, ਮਾਫ਼ ਕਰਿਓ ਜੀ, ਜਿਹੜਾ ਫੋਟੋ ਵਾਲਾ ਬਾਬਾ ਉਹਨੇ ਤਾਂ ਹੱਥ ਆਈ ਕੀਤਾ ਹੋਇਆ। ਜੇ ਮੱਥਾ ਟੇਕ ਕੇ ਆਖੋਗੇ ਬਾਬਾ ਜੀ ਚੋਰੀ ਕਰਨ ਚੱਲੇ ਆ, ਨਾਲ ਹੀ ਰਿਓ, ਫਿਰ ਵੀ ਹੱਥ ਇੱਦਾਂ ਹੀ ਰਹਿਣ, ਆਸ਼ੀਰਵਾਦ ਨਾਲ ਹੀ। ਜੇ ਘਰ ਤੋਂ ਤੁਰ ਪਏ ਵੀ ਅੱਜ ਰਾਤ ਨੂੰ ਕਿਸੇ ਦੀ ਕੰਧ ਟੱਪਣੀ ਹੈ, ਫਿਰ ਵੀ ਹੱਥ ਇੱਦਾਂ ਹੀ। ਜੇ ਕਿਤੇ ਪੰਗਤੀ ਲਿਖੀ ਹੋਵੇ, ਫਿਰ ਮਹਾਰਾਜ ਨੇ ਕਹਿਣਾ ਸੀ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਸੂਰ ਖਾਣ ਦੇ ਬਰਾਬਰ। ਕਹਿੰਦੇ ਪਰਾਇਆ ਹੱਕ ਖਾਣਾ ਤਾਂ ਸੂਰ ਖਾਣ ਦੇ ਬਰਾਬਰ ਹੈ। ਮਹਾਰਾਜ ਕਹਿੰਦੇ ਗੁਰੂ ਨੇ ਤੇਰੀ ਹਾਮੀ ਤਾਂ ਭਰਨੀ ਹੈ ਜੇ ਤੂੰ ਪਰਾਇਆ ਹੱਕ ਨਾ ਖਾਏਂਗਾ। ਇਹ ਗੁਰੂ ਦੇ ਸ਼ਬਦ ਨੇ ਗੱਲ ਕਹੀ ਹੈ, ਫੋਟੋ ਵਾਲੇ ਬਾਬੇ ਨੇ ਨਹੀਂ ਕਹੀ। ਫੋਟੋ ਵਾਲੇ ਬਾਬੇ ਤਾਂ ਆਸ਼ੀਰਵਾਦ ਹੀ ਦੇ। ਮਾਫ਼ ਕਰਿਓ ਜੇ ਗੱਲ ਤੁਹਾਨੂੰ ਲੱਗਣੀ ਹੈ, ਜਿਹੜੀ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਫੋਟੋ ਅੱਜ ਵੇਖਦੇ, ਉਹ ਬਾਬੇ ਨਾਨਕ ਦੀ ਫੋਟੋ ਨਹੀਂ ਹੈ। ਗੂਗਲ 'ਤੇ ਜਾ ਕੇ ਸਰਚ ਕਰਕੇ ਦੇਖਿਓ ਜੀ, ਭਾਈ ਸੋਭਾ ਸਿੰਘ ਭਰ ਦਿਓ। ਜਿਹੜੀ ਫੋਟੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਵੇਖਦੇ ਆ ਨਾ, ਇਹੀ ਫੋਟੋ ਭਾਈ ਸੋਭਾ ਸਿੰਘ ਦੀ ਹੈ। ਉਸ ਬੰਦੇ ਨੇ ਆਪ ਦੀ ਫੋਟੋ ਬਣਾ ਕੇ ਤੇ ਪ੍ਰਚਲਿਤ ਕਰਤੀ, ਨਾਂ ਦੇਤਾ ਗੁਰੂ ਨਾਨਕ ਪਾਤਸ਼ਾਹ। ਹਾਂ, ਇੱਕ ਪੁਰਾਣੀਆਂ ਸੀ ਘਰਾਂ 'ਚ ਫੋਟੋ ਵੇਖਦੇ ਹੁੰਦੇ ਸੀ, ਬਾਬਾ ਨਾਨਕ ਹਲ ਵਾਹੁੰਦਾ ਸੀ, ਮੋਦੀ ਖਾਨੇ 'ਤੇ ਬੈਠਾ ਸੀ। ਉਹ ਅੱਜ ਕਿਸੇ ਪੁਰਾਣੇ ਵਿਰਲੇ ਘਰਾਂ 'ਚ ਪੁਰਾਣੀਆਂ ਫੋਟੋ ਉਹ ਮਿਲ ਜਾਂਦੀਆਂ। ਪਰ ਜਿਹੜੀਆਂ ਅੱਜ ਵਾਲੀਆਂ ਫੋਟੋ, ਨਕਲੀ ਫੋਟੋ, ਪਤਾ ਨਹੀਂ ਕਿੱਥੋਂ ਕਿਵੇਂ ਬਣਾਈ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਤੇ ਵੀ ਇੱਦਾਂ ਕਰਕੇ ਬੈਠੇ ਹੀ ਨਹੀਂ। ਇਤਿਹਾਸ ਪੜ੍ਹਿਆ ਦੱਸ ਨੇ, ਪਰ ਮੈਨੂੰ ਇਤਿਹਾਸ 'ਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਔਰ ਗੁਰੂ ਦੀ ਬਾਣੀ 'ਚੋਂ ਉਹ ਬਾਬਾ ਲੱਭਿਆ ਨਹੀਂ ਜਿਹੜਾ ਚੌਂਕੜਾ ਮਾਰ ਕੇ ਬੈਠਾ, ਮੂਹਰੇ ਫਲ ਸੇਬ ਕੇਲੇ ਅੰਗੂਰ ਪਏ, ਪਿੱਛੇ ਗੋਲ ਸਰਾਣਾ ਲੱਗਿਆ ਤੇ ਹੱਥ ਉੱਤੇ ਨੂੰ ਚੱਕਿਆ ਹੋਇਆ। ਮੈਂ ਬਾਬਾ ਗੁਰਬਾਣੀ 'ਚੋਂ ਇਤਿਹਾਸ 'ਚੋਂ ਇਹੋ ਹੀ ਵੇਖਿਆ, ਦਰਸ਼ਨ ਕੀਤੇ ਐ ਕਿ ਬਾਬਾ ਮੱਝਾਂ ਦੇ ਪਿੱਛੇ ਸੋਟੀ ਲੈ ਕੇ ਫਿਰਦਾ ਸੀ। ਬਾਬੇ ਦੇ ਹੱਥ 'ਚ ਤੱਕੜੀ ਸੀ, ਬਾਬੇ ਦੇ ਹੱਥ 'ਚ ਤੱਕੜੀ ਸੌਦਾ ਤੋੜਦਾ ਸੀ। ਬਾਬੇ ਦੇ ਹੱਥ 'ਚ ਹਲ ਦਾ ਮੁੰਨਾ ਹੁੰਦਾ ਸੀ, ਬਲਦਾਂ ਦੇ ਪਿੱਛੇ ਪਿੱਛੇ ਤੁਰਦਾ ਸੀ। ਇਤਿਹਾਸ 'ਚ ਪੜ੍ਹਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੇਤਾਂ 'ਚ ਕੰਮ ਕਰਦੇ ਸੀ, ਪਰ ਇਹ ਮੈਂ ਕਿਤੇ ਨਹੀਂ ਪੜ੍ਹਿਆ ਕਿ ਕਿਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੌਂਕੜਾ ਮਾਰ ਕੇ ਤੇ ਹੱਥ ਉੱਤੇ ਨੂੰ ਕਰਕੇ ਬੈਠੇ ਹੋਣ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹ ਕੇ ਵਿਚਾਰਿਆ ਕਰੋ, ਹੱਕ ਹਲਾਲ ਦੀ ਕਮਾਈ ਕਰੀਏ ਤੇ ਬਰਕਤ ਪੈ ਜਾਂਦੀ ਹੈ। ਕਹਿੰਦੇ ਨੇ ਜੇ ਕਿਤੇ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਦੇਣ, ਤੇਰੇ ਕੋਲੇ 5 ਰੁਪਈਏ ਹੋਣ, ਗੁਰੂ ਜੀ ਨਵਾਜ ਦੇਣ ਤੇ 5 ਰੁਪਈਏ ਤੇਰੇ ਵਾਸਤੇ 5 ਲੱਖ ਰੁਪਈਏ ਵਰਗੇ, 5 ਲੱਖ ਵਰਗੇ। ਜੇ ਕਿਸੇ ਨਾਲ ਧੋਖਾ ਕਰਕੇ, ਠੱਗੀ ਮਾਰ ਕੇ, ਬੇਈਮਾਨੀ ਕਰਕੇ, ਚੋਰੀ ਕਰਕੇ ਪੈਸਾ ਲਿਆਂਦਾ ਹੈ, ਕਹਿੰਦੇ ਕਰੋੜਾਂ ਰੁਪਈਆ ਵੀ ਇਕੱਠਾ ਕਰ ਲਏਗਾ, ਉਹ ਤੈਨੂੰ ਕਰੋੜਾਂ ਦਿਸਦੇ ਨੇ, ਪਰ ਉਹਨਾਂ ਕਰੋੜਾਂ ਨੇ ਤੇਰੇ ਘਰ ਦੇ ਭਾਂਡੇ ਵਿਕਾ ਦੇਣੇ ਆ, ਕਿਉਂਕਿ ਗੁਰੂ ਜੀ ਨੇ ਨਵਾਜੇ ਨਹੀਂ ਨਾ। ਉਸ ਮਾਇਆ ਤੇ ਗੁਰੂ ਦੀ ਬਖਸ਼ਿਸ਼ ਨਹੀਂ ਹੋਈ। ਇਸ ਕਰਕੇ ਗੁਰੂ ਜੀ ਦੇ ਕੋਲੋਂ ਜਿਹੜਾ ਧਨ ਬਖਸ਼ਿਆ ਜਾਵੇ, ਉਹ ਉਹੀ ਬਖਸ਼ਿਸ਼ ਹੁੰਦੀ ਹੈ ਜਿਹੜਾ ਹੱਕ ਹਲਾਲ ਦਾ, ਧਰਮ ਦੀ ਕਿਰਤ ਕਰੀਏ, ਨੇਕ ਕਮਾਈ ਕਰੀਏ। ਅਸੀਂ ਸੋਚਦੇ ਹੋਵਾਂਗੇ ਵੀ ਅਸੀਂ ਤਾਂ ਕਦੇ ਗਲਤ ਕਰੇ, ਮਾਫ ਕਰਿਓ, ਅਸੀਂ ਸਾਰਾ ਦਿਨ ਗਲਤ ਕਰਦੇ। ਕਈ ਵਾਰ ਸਾਡੇ ਚੇਤੇ 'ਚ ਨਹੀਂ ਹੁੰਦਾ, ਅਸੀਂ ਤਾਂ ਗੁਆਂਢੀ ਨੂੰ ਦੁੱਧ ਵੇਚਣਾ ਹੋਵੇ ਤੇ ਉਹਦੇ 'ਚ ਵੀ ਪਾਣੀ ਪਾ ਦਿੰਦੇ। ਕਿਸੇ ਦੀ ਗੱਲ ਕਿਉਂ, ਮਹਾਰਾਜ ਕਹਿੰਦੇ ਆਪਦੇ ਤੋਂ ਸ਼ੁਰੂ ਕਰਿਆ ਕਰੋ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਇਹ ਸਾਡੇ 'ਚ ਵੀ ਆ ਜਾਂਦੇ ਨੇ। ਸਾਡੇ ਵਾਲੇ ਗ੍ਰੰਥੀ ਸਿੰਘ, ਮੈਂ ਹੀ ਕਹਿ ਲਓ, ਮਨ 'ਚ ਹੁੰਦਾ ਵੀ ਪੈਸੇ ਮੈਨੂੰ ਮਿਲ ਜਾਣ, ਰੌਲ ਘੰਟਾ ਕੋਈ ਹੋਰ ਲਾ ਜੇ। ਉਹ ਹੱਕ ਦੇ ਨਹੀਂ, ਉਹ ਤਾਂ ਫਿਰ ਬੇਈਮਾਨੀ ਦੀ ਲਾਲਚ ਹੈ ਵੀ ਪੈਸਾ ਮਿਲ ਜੇ, ਰੌਲ ਤੇ ਕੋਈ ਘੰਟਾ ਕੋ ਹੋਰ ਲਾ ਜੇ, ਮਨ 'ਚ ਆ ਜਾਂਦਾ ਵੀ ਕੰਮ ਕੋਈ ਹੋਰ ਕਰੇ ਤੇ ਪੈਸੇ ਮੈਨੂੰ ਮਿਲ ਜਾਣ। ਪਰ ਖੜਨੇ ਉਹੀ ਹੈ ਜਿਹੜੇ ਹੱਕ ਦੇ ਆ, ਤੇ ਜਿਹੜੇ ਬੇਈਮਾਨੀ ਦੇ ਆ ਉਹ ਦੂਜਿਆਂ ਨੂੰ ਵੀ ਨਾਲ ਹੀ ਲੈ ਜਾਂਦੇ। ਜਿਹੜੇ ਹੱਕ ਦੇ ਆ ਨਾ, ਉਹਨੂੰ ਵੀ ਬੇਈਮਾਨੀ ਵਾਲੇ ਨਾਲ ਹੀ ਲੈ ਜਾਂਦੇ, ਖੜਦੇ ਫਿਰ ਉਹ ਵੀ। ਬੰਦਾ ਹਰ ਪਾਸਿਓਂ ਜਿੰਨੀ ਮਰਜ਼ੀ ਕਿਰਸ ਕਰੀ ਫਿਰੇ, ਪਰ ਜਦੋਂ ਕਿਸੇ ਡਾਕਟਰ ਦੇ ਲੱਗ ਚਲਿਆ ਜਾਂਦਾ ਤੇ ਡਾਕਟਰ ਜਿੰਨੇ ਮੰਗ ਲਏ ਫਿਰ ਦੇਣੇ ਪੈਂਦੇ ਆ। ਡਾਕਟਰ ਨੇ ਜਿੰਨੇ ਮੰਗ ਲਏ ਓਨੇ ਹੀ ਦੇਣੇ ਪੈਂਦੇ, ਉੱਥੇ ਕੋਈ ਵੱਧ ਘੱਟ ਨਹੀਂ ਹੁੰਦੇ, ਫਿਰ ਉੱਥੇ ਸਿਫਾਰਿਸ਼ਾਂ ਨਹੀਂ ਚੱਲਦੀਆਂ। ਇੱਦਾਂ ਹੀ ਇੱਕ ਸੇਠ ਸੀ, ਉਹਦੀ ਛੋਟੀ ਜਿਹੀ ਦੁਕਾਨ ਪਈ, ਨਿੱਕੀ ਜਿਹੀ ਦੁਕਾਨ। ਸਵੇਰੇ ਹਨੇਰੇ ਹੀ ਆਣ ਕੇ ਉਹਨੇ ਦੁਕਾਨ ਖੋਲ੍ਹ ਲੈਣੀ ਤੇ ਰਾਤ ਨੂੰ ਹਨੇਰੇ ਹੋਏ ਦੁਕਾਨ ਵਧਾਉਣੀ। ਸਾਰਾ ਦਿਨ ਦੁਕਾਨ 'ਤੇ ਬੈਠੇ ਰਹਿਣਾ। ਕੋਈ ਵਿਰਲਾ ਟਾਵਾਂ ਗਾਹਕ ਆਉਂਦਾ ਸੀ, ਘਰ ਦਾ ਗੁਜ਼ਾਰਾ ਚੱਲ ਜਾਂਦਾ ਉਹਦੇ ਨਾਲ। ਜਿੰਨੀ ਕੁ ਵਟਤ ਹੁੰਦੀ ਸੀ ਉਹਦੇ ਨਾਲ ਲੂਣ ਤੇਲ ਆਟਾ ਆ ਜਾਂਦਾ ਸੀ, ਘਰ ਦਾ ਗੁਜ਼ਾਰਾ ਚੱਲਦਾ। ਉਹਨੇ ਬਥੇਰੇ ਹੱਥ ਕੰਡੇ ਅਪਣਾ ਕੇ ਦੇਖੇ, ਪਰ ਕਿਤੋਂ ਵੀ ਹੱਲ ਨਾ ਹੋਇਆ। ਮਿਹਨਤ ਤਾਂ ਕਰਦਾ ਹੈ, ਪਰ ਉਹਨਾਂ ਫਲ ਨਹੀਂ ਲੱਗਦਾ ਜਿੰਨਾ ਲੱਗਣਾ ਚਾਹੀਦਾ। ਇੱਕ ਤਾਂ ਬੰਦਾ ਹੁੰਦਾ ਨਾ ਵੀ ਲਾਪਰਵਾਹੀ ਕਰਦਾ, ਉਹ ਲਾਪਰਵਾਹੀ ਨਹੀਂ ਕਰਦਾ,
ਸਾਰਾ ਦਿਨ ਕੰਮ ਕਰਦਾ, ਸਵੇਰ ਤੋਂ ਸ਼ਾਮ ਤੱਕ ਦੁਕਾਨ ਤੇ ਬਹਿੰਦਾ, ਫਿਰ ਲਾਪਰਵਾਹੀ ਕਿਹੜੀ ਹੋਈ? ਲਾਪਰਵਾਹੀ ਨਹੀਂ ਕਰਦਾ, ਕੰਮ ਵੀ ਕਰਦਾ ਹੈ, ਪਰ ਬਰਕਤ ਨਹੀਂ ਪੈਂਦੀ ਉਹਦੀ ਕਮਾਈ ਵਿੱਚ। ਜਿੰਨੇ ਕੁ ਕਮਾਉਂਦਾ ਉਨੇ ਕੁ ਉਦੋਂ ਵੱਧ ਲੱਗ ਜਾਂਦਾ, ਇਨਕਮ ਉਹਦੀ ਘੱਟ ਹੈ, ਖਰਚ ਉਹਦੇ ਕੋਲੋਂ ਵੱਧ ਹੋ ਜਾਂਦਾ। ਬਹੁਤ ਲੰਮਾ ਸਮਾਂ ਲੰਘ ਗਿਆ, ਇੱਕ ਦਿਨ ਬੈਠਾ ਬੈਠਾ ਸੋਚਦਾ ਹੈ ਵੀ ਇਹ ਛੋਟੀ ਜਿਹੀ ਦੁਕਾਨ ਪਹਿਲਾਂ ਮੇਰਾ ਪੜਦਾਦਾ ਚਲਾਉਂਦਾ ਹੁੰਦਾ ਸੀ, ਇਹੀ ਦੁਕਾਨ ਮੇਰਾ ਦਾਦਾ ਚਲਾਉਂਦਾ ਸੀ, ਵਧੀ ਹੈ ਨਹੀਂ, ਤਰੱਕੀ ਨਹੀਂ ਹੋਈ। ਮੇਰਾ ਪਿਤਾ ਵੀ ਇਸੇ ਦੁਕਾਨ ਤੇ ਬੈਠਾ ਰਹਿੰਦਾ ਸੀ, ਹੁਣ ਮੈਂ ਵੀ ਇਸੇ ਦੁਕਾਨ ਤੇ ਬੈਠਾ ਰਹਿਣਾ। ਬੰਦਾ ਦੁਕਾਨ ਪਾਉਂਦਾ 5-7 ਸਾਲਾਂ 'ਚ ਤਰੱਕੀ ਕਰ ਜਾਂਦਾ ਹੈ, ਦੁਕਾਨ ਵੱਡੀ ਹੋ ਜਾਂਦੀ ਹੈ, ਆਮਦਨ ਵੱਧ ਆਉਣ ਲੱਗ ਜਾਂਦੀ ਹੈ, ਇਨਕਮ ਵੱਧ ਜਾਂਦੀ ਹੈ। ਕਾਰਨ ਕੀ? ਉਹ ਸੋਚਦਿਆਂ ਮਨ 'ਚ ਆਇਆ ਵੀ ਕਿਸੇ ਸਾਧੂ ਕੋਲੇ ਚੱਲੀਏ, ਕਿਸੇ ਫਕੀਰ ਕੋਲ ਚੱਲੀਏ। ਕਹਿੰਦੇ ਕਿਸੇ ਨੂੰ ਰੋਗ ਲੱਗਿਆ ਹੋਵੇ ਮਨ 'ਚ ਨਹੀਂ ਰੱਖਣਾ ਚਾਹੀਦਾ। ਹਾਂ, ਆਪਣਾ ਦੁੱਖ ਕਿਸੇ ਦੁਖੀਏ ਨੂੰ ਦੱਸਣਾ ਨਹੀਂ ਚਾਹੀਦਾ। ਤੇ ਸੰਸਾਰ ਤੇ ਸਾਰਾ ਸੰਸਾਰ ਹੀ ਦੁਖੀ ਹੈ। ਕਬੀਰ ਮੈਂ ਜਾਣਿਆ ਦੁੱਖ, ਮੁਝ ਕੋ ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾਗ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਦੇ ਅੰਦਰ ਤਾਂ ਜਿਹਨੂੰ ਵੇਖਦੇ ਆ ਉਹੀ ਦੁਖੀ। ਇੱਥੇ ਤਾਂ ਰਾਜੇ ਬਾਦਸ਼ਾਹ, ਵੱਡੇ ਵੱਡੇ ਰਾਜੇ ਬਾਦਸ਼ਾਹ ਲੋਕ ਵੀ ਦੁਖੀ ਨੇ। ਉਹਨਾਂ ਕੋਲੇ ਠੀਕ ਹੈ ਧਨ ਬਹੁਤ ਹੋਏਗਾ, ਐਸੋ ਆਰਾਮ ਦੀਆਂ ਵਸਤੂਆਂ ਬੜੀਆਂ ਹੋਣਗੀਆਂ, ਪਰ ਅੰਦਰ ਦਾ ਚੈਨ, ਅੰਦਰ ਦੀ ਸ਼ਾਂਤੀ, ਸਕੂਨ ਉਹਨਾਂ ਦੇ ਕੋਲ ਵੀ ਨਹੀਂ ਹੈ। ਇਹ ਸ਼ਾਂਤੀ ਤਾਂ ਉਹ ਪਾਤਸ਼ਾਹ ਬਖਸ਼ੇ ਤੇ ਫਿਰ ਮਿਲਦੀ ਹੈ। ਅੰਦਰ ਦਾ ਆਨੰਦ ਤਾਂ ਪ੍ਰੇਮ ਰੰਗ ਨਾਲ ਮਨ ਰੰਗਿਆ ਜਾਏ ਤੇ ਫਿਰ ਮਿਲਦਾ ਹੈ, ਬਾਹਰਲੇ ਤਨ ਰੰਗਣ ਨਾਲ ਨਹੀਂ। ਜਿਸ ਬੰਦੇ ਦਾ ਮਨ ਰੰਗਿਆ ਜਾਵੇ ਉਹਦਾ ਤਨ ਵੀ ਰੰਗਿਆ ਜਾਂਦਾ ਹੈ। ਮਨ ਨੂੰ ਗੁਰਸਿੱਖੀ ਨਾਲ ਪਿਆਰ ਹੋ ਜੇ, ਤਨ ਤੇ ਬਾਣਾ ਵੀ ਜਿਹੜਾ ਉਹ ਗੁਰਸਿੱਖਾਂ ਵਾਲਾ ਬਣ ਜਾਂਦਾ। ਪਰ ਜਿਹਦਾ ਮਨ ਜੁੜ ਗਿਆ ਉਹਦਾ ਤਨ ਵੀ ਜੁੜ ਜਾਂਦਾ। ਹੁਣ ਉਹ ਸੇਠ ਵਿਚਾਰਾ ਸੋਚਦਾ ਹੈ ਵੀ ਉੱਥੇ ਹੀ ਖੜਾ, ਕੰਮ ਤਾਂ ਵਧਿਆ ਹੀ ਨਹੀਂ ਆਪਣਾ। ਕਾਰਨ ਕੀ? ਕਹਿੰਦੇ ਸਾਧੂ ਦੇ ਕੋਲ ਦੁੱਖ ਦੱਸ ਦੇਣਾ ਚਾਹੀਦਾ ਹੈ। ਸਾਧੂ ਪੂਰਾ ਹੋਵੇ, ਜਿਹਨੂੰ ਪਾਤਸ਼ਾਹ ਨੇ ਬਾਣੀ ਚ ਆਖਿਆ ਸੰਤਾਂ ਕਉ ਮਤ ਕੋਈ ਨਿੰਦ ਹੋ, ਸੰਤ ਰਾਮ ਹੈ ਏਕੋ। ਜਿਹੜਾ ਸੰਤ ਤੇ ਰਾਮ ਇੱਕੋ ਜੀ, ਰੱਬ ਤੇ ਸੰਤ, ਜਿਹਦੇ 'ਚ ਫਰਕ ਨਾ ਹੋਵੇ, ਉਸ ਸਾਧੂ ਦੇ ਕੋਲੇ ਜਾਇਓ ਜੇ ਦੁੱਖ ਦੱਸਣ, ਹੱਲ ਹੋ ਜੂ। ਜਿਹਦੇ ਬਾਰੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਉਹਦੇ ਕੋਲੇ ਦੁੱਖ ਦੱਸਿਓ। ਜਿਹਦੇ ਬਾਰੇ ਵਿੱਚ ਭਗਤ ਕਬੀਰ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ। ਮਹਾਰਾਜ ਕੌਣ? ਅਸੀਂ ਤਾਂ ਬਥੇਰਿਆਂ ਦੀ ਸੇਵਾ ਕਰ ਕਰਕੇ ਥੱਕ ਗਏ, ਉਮਰ ਲੰਘ ਗਈ, ਮਿਲਿਆ ਕੁਝ ਨਹੀਂ। ਤੁਸੀਂ ਦੋ ਦੀ ਸੇਵਾ ਦੱਸ ਦਿਓ, ਦੋ ਕਿਹੜੇ ਨੇ? ਬਾਪੂ ਦੀ ਉਮਰ 70-80 ਸਾਲ ਦੀ ਹੋ ਜਾਂਦੀ, ਪਰ ਉਹ ਦੋ ਨਹੀਂ ਲੱਭਦੇ ਜਿਹੜੇ ਭਗਤ ਕਬੀਰ ਜੀ ਦੱਸਦੇ ਨੇ। ਹੋਰ ਬਥੇਰੇ ਲੱਭ ਜਾਂਦੇ ਦੁਨੀਆ, ਸੁੱਖ ਦੇਣ ਵਾਲੇ, ਆਪੂ ਬਣੇ ਸਾਧ, ਬਥੇਰੇ ਲੱਭ ਜਾਂਦੇ। ਕੋਈ ਬੰਦਗੀ ਵਾਲਾ ਹੋਵੇ, ਭਗਤ ਕਬੀਰ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਇੱਕ ਤਾਂ ਸੰਤ, ਇੱਕ ਰਾਮ, ਭਾਵ ਇੱਕ ਰੱਬ, ਇੱਕ ਰੱਬ ਦਾ ਪਿਆਰਾ। ਇਹ ਦੋਨੇ ਹੀ ਸੇਵਾ ਨੂੰ ਚੰਗੇ ਹੈ। ਰੱਬ ਦਾ ਨਾਮ ਜਪਣਾ, ਸਾਧੂ ਦੀ ਸੰਗਤ ਕਰਨੀ ਹੈ। ਭਗਤ ਕਬੀਰ ਜੀ ਨੇ ਆਖਿਆ ਨਾ, ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ। ਇਹਦਾ ਅਰਥ ਇਹ ਹੈ ਵੀ ਜਦੋਂ ਕਿਸੇ ਸਾਧੂ ਫਕੀਰ ਕੋਲ ਜਾਇਓ ਤੇ ਲੰਗਰਾਂ 'ਚ ਨਿਗਾਹ ਨਾ ਮਾਰਿਓ ਵੀ ਪੂਰੀਆਂ ਬਣੀਆਂ ਕਿ ਜਲੇਬੀਆਂ ਬਣੀਆਂ।
ਸਾਧੂ ਦੀ ਸੰਗਤ ਕਰਿਓ। ਇੱਥੇ ਤੁਸੀਂ ਕੋਈ ਘੱਟ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਵਰਗਾ ਸਾਧੂ ਕਿਹੜਾ ਹੋ ਸਕਦਾ। ਜੇ ਦੁਨੀਆ ਤੇ ਹੋਰ ਨਾ ਲੱਭੇ ਤੇ ਇਹਦਾ ਤਾਂ ਪਤਾ ਹੀ ਹੈ। 35 ਮਹਾਂਪੁਰਸ਼ਾਂ ਦੀ ਬਾਣੀ ਹੈ, 6 ਗੁਰੂ ਸਾਹਿਬਾਨਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਹੈ, 3 ਗੁਰਸਿੱਖਾਂ ਦੀ ਬਾਣੀ। ਕਹਿੰਦੇ 35 ਮਹਾਂਪੁਰਖਾਂ ਦੀ ਸੰਗਤ ਹੁਣ ਕਰ ਰਹੇ ਹੈ, ਇੱਥੇ ਆਣ ਕੇ ਲੰਗਰ ਵੱਲ ਨਾ ਝਾਕਿਓ ਜੇ। ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ। ਸਾਧੂ ਦੇ ਦਰ ਤੇ ਆਏ ਹੈ ਤੇ ਲੰਗਰ 'ਚ ਤੁਹਾਨੂੰ ਜੌਵਾਂ ਦੇ ਛਿਲਕੇ ਦਾ ਆਟਾ ਬਣਾ ਕੇ ਉਹਦੀ ਰੋਟੀ ਮਿਲ ਜਾਏ ਤੇ ਸਬਰ ਕਰਿਓ ਜੇ, ਆਨੰਦ ਆਉਂਦਾ। ਘਿਰਨਾ ਕੀਤੀ ਸੀ ਮਰਦਾਨੇ ਨੇ, ਭਾਈ ਲਾਲੋ ਦੇ ਘਰੇ ਗਿਆ, ਕੋਧਰੇ ਦੀ ਰੋਟੀ ਸੁੱਕੀ ਵੀ, ਤੇ ਵੇਖ ਕੇ ਮਰਦਾਨਾ ਕਹਿਣ ਲੱਗਿਆ ਵੀ ਅੱਜ ਬਾਬੇ ਨੇ ਮਾਰਤਾ, ਕਿੱਥੋਂ ਲੰਘਣੀ ਸੁੱਕੀ ਰੋਟੀ। ਪਰ ਉਸ ਰੋਟੀ ਦੇ ਵਿੱਚ ਰਸ ਭਰਿਆ ਹੋਇਆ ਸੀ, ਨਾਮ ਦਾ, ਪ੍ਰੇਮ ਦਾ ਰਸ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆ ਛਕ ਲੈ ਪ੍ਰਸ਼ਾਦਾ, ਬੁਰਕੀ ਤਾਂ ਤੋੜਦਾ ਪਰ ਦਿਲ ਨਹੀਂ ਕਰਦਾ ਵੀ ਇਹ ਲੰਘਣੀ ਨਹੀਂ। ਜਦੋਂ ਉਹ ਮੂੰਹ 'ਚ ਪਾਈ ਨਾ ਗਰਾਹੀ ਬੁਰਕੀ ਤੋੜ ਕੇ, ਤੇ ਮਰਦਾਨਾ ਹੱਥ ਜੋੜ ਕੇ ਕਹਿੰਦਾ ਬਾਬਾ ਜਿਹੜਾ ਅੱਜ ਪ੍ਰਸ਼ਾਦਾ ਛਕਣ ਦਾ ਆਨੰਦ ਆਇਆ ਇਹ ਕਿਤੇ ਹੋਰ ਨਹੀਂ ਆਇਆ। ਜਿਹੜਾ ਰਸ ਇਸ ਪ੍ਰਸ਼ਾਦੇ 'ਚ ਉਹ ਕਿਤੋਂ ਹੋਰ ਨਹੀਂ ਮਿਲਿਆ। ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ। ਕਹਿੰਦੇ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ, ਆਪਣੇ ਦੁੱਖੜੇ ਸਾਧੂ ਦੇ ਕੋਲੇ ਦੱਸਣੇ ਚਾਹੀਦੇ ਆ। ਉਹ ਸਾਧੂ ਕਰਦਾ ਕੀ ਹੈ ਇਹ ਵੀ ਭਗਤ ਕਬੀਰ ਜੀ ਦੱਸਦੇ ਆ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੰਤ ਦਾ ਕੰਮ ਹੁੰਦਾ ਨਾਮ ਜਪਣਾ, ਕਿਉਂਕਿ ਉਹ ਆਪ ਜਪਦਾ ਹੈ ਤੇ ਜਿਹੜਾ ਉਹਦੇ ਕੋਲੇ ਆਉਂਦਾ ਉਹਨੂੰ ਵੀ ਨਾਮ ਨਾਲ ਜੋੜ ਦਿੰਦਾ। ਸਾਧੂ ਦਾ ਕੰਮ ਹੁੰਦਾ ਜੋੜਨਾ, ਤੇ ਰੱਬ ਨਾਲ ਜੋੜਤਾ ਤੇ ਗਾ ਰੱਬ ਦਾ ਕੀ ਕੰਮ, ਮੁਕਤੀ ਦੇਣੀ। ਜਨਮ ਤੋਂ ਬਾਅਦ ਵਾਹਿਗੁਰੂ, ਮਰਨ ਤੋਂ ਬਾਅਦ ਜਿਹੜੀ ਮੁਕਤੀ ਹੈ ਉਹ ਤਾਂ ਰੱਬ ਜਾਣਦਾ ਹੈ। ਜਿਉਂਦੇ ਜੀ ਵਿਕਾਰਾਂ ਤੋਂ ਮੁਕਤ ਹੋਈਏ, ਕਰਾਈਮਾਂ ਤੋਂ ਮੁਕਤ ਹੋਈਏ, ਮਾੜੇ ਕੰਮਾਂ ਤੋਂ ਮੁਕਤ ਹੋਈਏ, ਜਿਹੜੀ ਮਨ ਨੂੰ ਮੈਲ ਲੱਗੀ ਉਹਦੇ ਤੋਂ ਮੁਕਤ ਹੋਈਏ। ਇਹ ਮੁਕਤੀ ਉਸ ਦਾਤੇ ਨੇ ਦੇਣੀ ਹੈ, ਮੁਕਤ ਜੋ ਦਾਤਾ ਰਾਮ। ਸੰਤ ਜਪਾਵੈ ਨਾਮ, ਸੰਤ ਨੇ ਨਾਮ ਜਪਾਉਣਾ ਹੁੰਦਾ ਹੈ, ਜਿਹਦੇ ਬਾਰੇ 'ਚ ਗੁਰੂ ਪਾਤਸ਼ਾਹ ਕਹਿੰਦੇ ਸੀ ਰੋਜ਼ ਰਹਿ ਰਾਜ ਸਾਹਿਬ ਜੀ ਦੀ ਬਾਣੀ 'ਚ ਪੜ੍ਹਦੇ ਹਾਂ, ਹਰ ਹਰ ਜਨ ਦੋਈ ਏਕ ਹੈ। ਇੱਦਾਂ ਵਿਸ਼ਰਾਮ ਦੇ ਕੇ ਗੁਰਮੁਖੋ ਪੜ੍ਹਿਆ ਕਰੋ। ਜਦੋਂ ਅਸੀਂ ਪੜ੍ਹਦੇ ਹਾਂ ਹਰ ਹਰ ਜਨ, ਫਿਰ ਉਹਦਾ ਜਿਹੜਾ ਅਰਥ ਹੈ ਉਹ ਅਨਰਥ ਹੋ ਜਾਂਦਾ ਹੈ। ਪਹਿਲਾਂ ਕਹਿਣਾ ਹਰ ਭਾਵ ਰੱਬ ਜੀ, ਫਿਰ ਹਰ ਜਨ ਰੱਬ ਦਾ ਸੇਵਕ। ਹਰ ਹਰ ਜਨ ਦੋਈ ਹੈ, ਤਾਂ ਦੋ, ਦੋਈ ਏਕ ਹੈ, ਪਰ ਅੰਦਰਲੀ ਜੋਤ ਇੱਕੋ ਹੀ ਹੈ, ਵਿਚਾਰ ਇੱਕੋ ਹੀ ਹੈ, ਗਿਆਨ ਇੱਕ ਹੈ, ਸਮਝ ਇੱਕ ਹੈ, ਫਰਕ ਨਹੀਂ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਨਾਲ ਪਾਤਸ਼ਾਹ ਨੇ ਉਦਾਹਰਨ ਰੱਖ ਦਿੱਤੇ, ਕਹਿੰਦੇ ਜਿਵੇਂ ਪਾਣੀ 'ਚੋਂ ਤਰੰਗ ਉੱਠੇ ਤੇ ਉੱਪਰ ਨੂੰ ਦਿਸਦੀ ਹੈ ਵੀ ਉਹ ਪਾਣੀ ਦੀਆਂ ਤਰੰਗਾਂ ਉੱਪਰ ਨੇ, ਪਰ ਜਦੋਂ ਉਹ ਸਮਾਉਂਦੀਆਂ ਪਾਣੀ 'ਚ ਲੀਨ ਹੋ ਜਾਂਦੀਆਂ, ਫਿਰ ਉਸ ਤਰੰਗ ਦਾ ਵੱਖਰਾਪਣ ਨਹੀਂ ਰਹਿੰਦਾ। ਰੱਬ ਦੇ ਪਿਆਰੇ ਦਾ ਸਰੀਰ ਵਜੂਦ ਤੁਹਾਨੂੰ ਦਿਸਦਾ ਵੱਖਰਾ ਹੈ, ਪਰ ਉਹ ਜਦੋਂ ਇਸ ਦੁਨੀਆ ਤੋਂ ਜਾਂਦਾ ਫਿਰ ਮਾਲਕ ਕੀ ਸਮਾ ਜਾਂਦਾ। ਆਇਆ ਵੀ ਮਾਲਕ ਕੋਲੋਂ ਤੇ ਸਮਾ ਵੀ ਮਾਲਕ ਦੇ ਵਿੱਚ ਹੀ ਗਿਆ, ਲੀਨ ਆ ਰੱਬ 'ਚੋਂ। ਇਵੇਂ ਨਹੀਂ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਇੱਕੋ ਹੀ ਨੇ ਦੋਏ। ਐਸੇ ਫਕੀਰ ਸਾਧੂ ਦੇ ਕੋਲ ਜਾ ਕੇ ਸੰਗਤ ਕਰਨੀ ਚਾਹੀਦੀ ਹੈ। ਸੰਗਤ ਕਿਹੜੀ? ਅੱਜ ਕਿਸੇ ਬਾਬੇ ਕੋਲੇ ਚਲੇ ਜਾਇਓ, ਮਾਫ ਕਰਿਓ, ਤੁਹਾਨੂੰ ਦੁਨਿਆਵੀ ਗੱਲਾਂ ਸੁਣਾਏਗਾ। ਜੇ ਤੁਸੀਂ ਸੱਚੇ ਕਿਸੇ ਪੂਰਨ ਸੰਤ ਕੋਲੇ ਚਲੇ ਗਏ ਤੇ ਉਹਨੇ ਤੁਹਾਨੂੰ ਨਿਰੰਕਾਰ ਦੀਆਂ ਗੱਲਾਂ ਸੁਣਾਉਣੀਆਂ। ਸੰਸਾਰੀ ਨੇ ਸੰਸਾਰ ਦੀਆਂ ਸੁਣਾਉਣੀਆਂ, ਆਪਣੇ ਵਰਗੇ ਨੇ ਨਿਰੰਕਾਰੀ ਨੇ ਨਿਰੰਕਾਰ ਦੀਆਂ ਸੁਣਾਉਣੀਆਂ। ਮਹਾਰਾਜ ਕਹਿੰਦੇ ਸਤ ਸੰਗਤ ਉਸੇ ਨੂੰ ਹੀ ਕਹਿੰਦੇ ਆ ਜਿੱਥੇ ਇੱਕ ਰੱਬ ਦੇ ਨਾਮ ਦੀ ਗੱਲ ਹੋਵੇ,
सत संगत कैसी जाणीए, किसी भीड़ नूं थोड़ी सत संगत कहिंदे। सत संगत का अर्थ है जिथे सच की गल होवे, जिथे रब की गल होवे, रब के नाम की व्याख्या होवे, उत्थे भावें दो जाने ही बैठे होण, वो भी सत संगत करदे। सत संगत कैसी जाणीए, जिथे एको नाम वखाणी, जिथे इको ही नाम की व्याख्या होवे। हुण पूर्ण साधु सी कोई, उन्हां दे इलाके च बाहर कुटिया पाई हुई छपरी, तो सेठ अज सोचदा है, कहंदा भी बड़ा लंबा समा हो गया निक्की जी दुकान चलाउंदिਆਂ ਨੂੰ, उत्थे ही कारोबार खड़ा है, तो महापुरखों की संगत कर लीए, दर्शन करके आईए, कोई बचन करनगे। तो अज सेठ साधु की कुटिया च चलिया गया, अगे लैब लगी हुई है, अखां बंद है, नीवी पई हुई है, चौंकड़ा लगे है, जुड़े हुए ने, तार रब नाल जुड़ी है। ये जाके बैठ गया हाथ जोड़ के, कहंदा बाबा जी कोई वचन कर दिओ। साधु ने अखां नहीं खोलियां, इहदे वल तकिया नहीं। कहंदे साधु पुछदा है, कहन लग्या की वचन करिए भी, की चाहुणा। हाथ जोड़ के कहंदा बाबा जी पिता पुरखियां तो लैके दादियां पड़दादियां तो लैके निक्का जिहा कारोबार उत्थे ही खड़ा, वधिया नहीं, तरक्की नहीं हुई, कामयाबी नहीं हुई। मेहनत बड़ी करते हैं, सवेरे दुकान खोल लेने, हनेरा हो जाता है, गाहक भी आउंदे नहीं, पर बरकत नहीं पैंदी। किरपा कर दिओ। महापुरखा ने अखा नहीं खोलियां, सहज सुभा कह दिता। कहन लगे जिहड़ी हक की कमाई होवे बरकत उहदे च ही पैंदी हुंदी है। कहन लग्या बाबा जी कुछ समझिया। कहंदे अज तो घट ना तोली। ये बचन गुरु नानक पातशाह महाराज ने बाबे फेरू नूं भी कहे सी। बाबा फेरू मल गुरु अंगद देव महाराज जियां दे पिता जी, उन्हां दी भी हड्डी सी। आखिया सी घट ना तोली, झूठ ना बोली, वाहिगुरू जपी। तीन वचन कहे सी। कहंदे ओही वचन अज साधु ने सेठ नूं कहे। कहन लगे हक की कमाई करया कर तकड़ी, ते जदों तैनूं मालिक ने तकड़ी दिती है ते तकड़ी पूरा तोलण वास्ते हुंदी है, वध घट नहीं। अज तो बाद घट ना तोली, ये वचन कह दिता। ये एकदम समझ गया भी महापुरखा ने मेरे मन की जान ली, असीं तां तोलदे ही घाटां भी तरक्की कर लईए। अगले ने किलो चीज़ मंगी है तो असी तो अख जी चुरा के 800 ग्राम ही तोड़ते हैं, 200 विचों ही मार जाने भी कितों ना कितों हल हो जाए, तरक्की करिए, दुकान वड्डी बन जाए। चलो कहंदा महापुरखा ने वचन किया, मनना तो पैना। तो सतगुरु पातशाह महाराज बाणी च कहंदे ने, सौनत कमावत होत उधार। अज असी बाणी नूं सुण बथेरा लिया, रोज़ गुरबाणी पढ़ी जाती है। एक पिंड च 6-6 7-7 गुरुद्वारे ने, गुरबाणी का प्रवाह बथेरा चलता है, पर कारण कित्थे? सुन भी लई, कन्नां च आवाज़ तो पई रही है, पर गुरबाणी की मन्नी है कनी असीं। जिदे बापू की गल मन लई ना, सुणत कमावत, जिदे बचन कमा लिया, होत उधार। महाराज कहंदे उहदे तेरा भला हो जाना है, उहदे तरक्कियां करेगा। फिर हुण उस सेठ ने बचन सुन लिया तो सुन के मन लिया, कहंदा ठीक है। एक गल जरूर है, जिहड़ा बंदा चोर होवे ना, वो सारिਆਂ ਨੂੰ ਇੱਕੋ ही नज़र ਨਾਲ ਵੇਂਦਾ, ਉਹਨੂੰ लगता भी ये भी चोरी करता होना यार किते ना किते। दूजे वाल ਵੇਂਦਾ भी ये भी चोर होना। हर बंदे ਨੂੰ हर बंदा आपदे वर्गा लगदा हुंदा है।
ਜਿਹੜਾ ਬੰਦਾ ਠੱਗੀ ਮਾਰਦਾ ਉਹਨੂੰ ਲੱਗਦਾ ਵੀ ਸਾਰੇ ਠੱਗੀ ਮਾਰਦੇ ਨੇ, ਤੇ ਜਿਹੜਾ ਬੰਦਾ ਬੰਦਗੀ ਕਰਦਾ ਉਹਨੂੰ ਲੱਗਦਾ ਵੀ ਸਾਰੇ ਹੀ ਬੰਦਗੀ ਕਰਨ ਵਾਲੇ ਆ। ਚੋਰ ਨੂੰ ਚੋਰ ਦੀਂਦੇ ਨੇ, ਸਾਧ ਨੂੰ ਸਾਰੇ ਸਾਧ ਦੀਂਦੇ ਨੇ। ਸੰਤ ਨੇ ਸਾਰਿਆਂ ਨੂੰ ਸੰਤ ਬਿਰਤੀ ਨਾਲ ਵੇਖਣਾ ਹੈ। ਸੰਤ ਕੋਲੇ ਚੋਰ ਵੀ ਆ ਜਾਏ ਤੇ ਸੰਤ ਨੂੰ ਲੱਗਦਾ ਵੀ ਇਹ ਵੀ ਸੰਤ ਹੀ ਹੈ। ਹੁਣ ਜਦੋਂ ਬਚਨ ਮੰਨ ਲਿਆ ਮਹਾਂਪੁਰਖਾਂ ਦਾ, ਹਟੀ ਤੇ ਗਿਆ ਪਰਨ ਕਰ ਲਿਆ ਵੀ ਅੱਜ ਤੋਂ ਬਾਅਦ ਘੱਟ ਨਹੀਂ ਤੁਲਣਾ, ਪੂਰਾ ਪੂਰਾ ਤੋਲਣ ਲੱਗ ਗਿਆ। ਮਹੀਨਾ ਕੁ ਲੰਘਿਆ ਤੇ ਉਹਦੇ ਮਨ 'ਚ ਇਹ ਆਇਆ ਵੀ ਯਾਰ ਜਦੋਂ ਮੈਂ ਇਮਾਨਦਾਰ ਹਾਂ, ਮੈਂ ਇਮਾਨਦਾਰੀ ਨਾਲ ਪੂਰਾ ਤੋਲਦਾ ਤੇ ਸਾਰੇ ਹੀ ਇਮਾਨਦਾਰ ਆ, ਆਪਦੇ ਵਰਗਾ ਹੀ ਲੱਗਣਾ ਸੀ। ਹੁਣ ਜਿਹੜਾ ਕੋਈ ਗਾਹਕ ਆਉਂਦਾ ਉਹਨੂੰ ਪਤਾ ਕੀ ਕਹਿੰਦਾ, ਕਹਿੰਦਾ ਹੋ ਪਈ ਖੰਡ ਤੇ ਉਹ ਪਿਆ ਤਕੜੀ ਕੰਡਾ, ਆਪ ਹੀ ਤੋਲਦਾ, ਕਿਉਂਕਿ ਵਿਸ਼ਵਾਸ ਬਣ ਗਿਆ ਵੀ ਮੈਂ ਇਮਾਨਦਾਰ ਹਾਂ, ਯਾਰ ਇਹ ਵੀ ਇਮਾਨਦਾਰੀ ਹੈ, ਆਪਦੇ ਵਰਗੇ ਸਾਰੇ ਲੱਗਦੇ। ਜਿਹੜਾ ਕੋਈ ਸੌਦਾ ਲੈਣ ਆਉਂਦਾ ਉਹਨੂੰ ਕਹਿੰਦਾ ਬਈ ਉਹ ਪਿਆ ਤੋਲ ਲੈ ਜਾ। ਲੋਕਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਸੇਠ ਇਮਾਨਦਾਰ ਹੈ, ਇਹ ਆਪ ਤੋਲ ਕੇ ਹੀ ਨਹੀਂ ਹੁੰਦਾ, ਹੱਥੀਂ ਤੋਲ ਕੇ ਲੈ ਕੇ ਆਉਣਾ, ਪੂਰਾ ਤੋਲੀਦਾ ਹੈ। ਜਿਹੜੇ ਉਹਦੀ ਹੱਠੀ ਤੇ ਨਹੀਂ ਆਉਂਦੇ ਸੀ ਉਹ ਵੀ ਆਉਣ ਲੱਗ ਗਏ, ਗਾਹਕ ਵੱਧ ਗਏ ਜੀ। ਸਮਾਂ ਲੰਘਦਾ ਗਿਆ, ਗਾਹਕ ਬਹੁਤ ਆਉਣ ਕਰਕੇ ਤਰੱਕੀ ਹੋ ਗਈ। ਹੁਣ ਜਿਹੜੇ ਨਿੱਕੀਆਂ ਨਿੱਕੀਆਂ ਦੁਕਾਨਾਂ ਵਾਲੇ ਇਲਾਕੇ 'ਚ ਉਹ ਵੀ ਉਹਦੀ ਦੁਕਾਨ ਤੋਂ ਸੌਦਾ ਲਿਆਉਣ ਲੱਗ ਗਏ, ਥੋਕ ਦਾ ਸਮਾਨ ਉਹਦੀ ਦੁਕਾਨ ਤੋਂ ਮਿਲਦਾ। ਸਮਾਂ ਫਿਰ ਬਦਲਦਾ ਗਿਆ, ਦੁਕਾਨ ਤੇ ਨੌਕਰ ਰੱਖ ਲਏ। ਜਿਹੜਾ ਬੰਦਾ ਇਮਾਨਦਾਰੀ 'ਚ ਪੈਰ ਰੱਖ ਗਿਆ ਨਾ, ਉਹ ਮੰਨ ਲਓ ਕਿ ਤਰੱਕੀ 'ਚ ਪੈਰ ਰੱਖ ਗਿਆ, ਤਰੱਕੀ ਕਰਨ ਲੱਗ ਗਿਆ। ਹੁਣ ਉਹਦੀ ਦੁਕਾਨ ਵੱਡੀ, ਥੋਕ ਦਾ ਸਮਾਨ, ਇਲਾਕੇ 'ਚ ਜਿੰਨੀਆਂ ਦੁਕਾਨਾਂ ਸਾਰੇ ਲੋਕ ਉਹਦੀ ਦੁਕਾਨ ਤੋਂ ਥੋਕ ਦਾ ਸਮਾਨ ਲੈ ਕੇ, ਸਾਰਾ ਸੌਦਾ ਉੱਥੋਂ ਲੈ ਕੇ ਜਾਇਆ ਕਰਨ। ਨੌਕਰ ਚਾਕਰ ਰੱਖ ਲਏ, ਵੱਡੀ ਸਾਰੀ ਦੁਕਾਨ ਬਣ ਗਈ। ਹੁਣ ਮਾਇਆ ਸੰਭਾਲਿਆ ਸੰਭਦੀ ਨਹੀਂ, ਬਰਕਤ ਪੈ ਗਈ। ਸਾਧੂ ਦੇ ਬਚਨ 'ਚ ਇੰਨੀ ਤਾਕਤ ਹੈ, ਬਚਨ ਹੀ ਮੰਨਿਆ ਸੀ। ਕਹਿੰਦੇ ਦੁਕਾਨ ਵੱਡੀ ਬਣ ਗਈ ਤੇ ਸੋਹਣਾ ਕਾਰੋਬਾਰ ਚੱਲ ਪਿਆ, ਤੇ ਸੇਠ ਨੇ ਸੋਚਿਆ ਇੰਨੀ ਮਾਇਆ ਮੈਂ ਕੀ ਕਰਨੀ ਹੈ। ਗਾਹਕਾਂ ਨੂੰ ਤੋਲਣ ਵਾਲਾ ਜਿਹੜਾ ਕੰਡਾ ਤੱਕੜੀ ਉਹ ਚੰਗੀ ਸੋਹਣੀ ਹੋਵੇ। ਕਹਿੰਦੇ ਬੜੀ ਕਮਾਲ ਦੀ ਤੱਕੜੀ ਬਣਾ ਕੇ ਲਿਆਇਆ, ਤੇ ਜਿਹੜੇ ਵੱਟੇ ਸੀ ਉਹ ਸੋਨੇ ਦੇ ਬਣਾ ਲਏ, ਸੋਨੇ ਦੇ ਵੱਟੇ। ਫਿਰ ਸਮਾਂ ਲੰਘਦਾ ਗਿਆ। ਇੱਕ ਦਿਨ ਮਨ 'ਚ ਆਇਆ ਵੀ ਮਹਾਂਪੁਰਖਾਂ ਦੇ ਕੋਲੇ ਗਏ ਸੀ, ਬਚਨ ਕੀਤਾ ਸੀ, ਬਚਨ ਮੰਨ ਲਿਆ, ਤਰੱਕੀ ਹੋ ਗਈ, ਧੰਨਵਾਦ ਕਰਨਾ ਚਾਹੀਦਾ। ਨਾਲੇ ਤਾਂ ਮਹਾਂਪੁਰਖਾਂ ਦਾ ਸ਼ੁਕਰ ਕਰੀਏ, ਸ਼ੁਕਰਾਨਾ ਕਰੀਏ। ਅੱਜ ਮਾਲਕ ਸਾਨੂੰ ਵੀ ਕੋਈ ਦਾਤ ਦੇਵੇ ਤੇ ਗੁਰਮੁਖੋ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਹੈ ਨਾ, ਕਰਨਾ ਚਾਹੀਦਾ। ਕਿਸੇ ਦਾ ਵੀਜ਼ਾ ਲੱਗ ਜਾਏ ਉਹ ਸ਼ੁਕਰਾਨਾ ਕਰਦਾ ਹੈ, ਕੋਈ PR ਹੋ ਜਾਏ ਉਹ ਸ਼ੁਕਰਾਨਾ ਕਰਦਾ ਹੈ। ਇਸ ਗੁਰਮੁਖ ਪਰਿਵਾਰ ਨੇ ਵੀ ਕਾਕਾ ਜਸਪ੍ਰੀਤ ਸਿੰਘ ਕੈਨੇਡਾ 'ਚੋਂ PR ਹੋਏ ਨੇ, ਮਹਾਰਾਜ ਦਾ ਸ਼ੁਕਰਾਨਾ ਹੀ ਕੀਤਾ। ਬਣਦਾ ਹੈ ਜੀ ਸ਼ੁਕਰਾਨਾ, ਚੰਗੀ ਗੱਲ, ਕਰਨਾ ਚਾਹੀਦਾ ਹੈ। ਨਹੀਂ ਬੰਦਾ ਦਾਤ ਕਿਤੋਂ ਹੋਰ ਲੈ ਲੈਂਦਾ, ਸ਼ੁਕਰ ਕਿਸੇ ਹੋਰ ਦਾ ਕਰਦਾ ਫਿਰਦਾ ਹੈ, ਦੁਨੀਆ ਨੂੰ ਖੁਸ਼ ਕਰਦਾ ਫਿਰਦਾ। ਮਾਲਕ ਨੂੰ ਖੁਸ਼ ਕਰ ਲੈ ਆਪਣੇ ਤੇ। ਆਪਣਾ ਸ਼ਬਦ ਮੈਂ ਤਾਂ ਵਰਤਿਆ, ਮਾਲਕ ਤਾਂ ਹਮੇਸ਼ਾ ਹੀ ਖੁਸ਼ ਹੈ, ਪਰ ਤੇਰੇ ਤੇ ਖੁਸ਼ ਉਹਦੇ ਹੋਣਾ ਜਿੱਦੇ ਤੂੰ ਮਾਲਕ ਦਾ ਬਚਨ ਮੰਨ ਲਏਗਾ, ਤੇਰੇ ਤੇ ਉਹਦੇ ਖੁਸ਼ ਹੋਣਾ। ਕਹਿੰਦੇ ਸੋਚਿਆ ਵੀ ਨਾਲੇ ਸ਼ੁਕਰਾਨਾ ਕਰਾਈਏ, ਨਾਲੇ ਕੋਈ ਹੋਰ ਬਚਨ ਕਰ ਦੇਣਗੇ ਸਾਧੂ। ਕਹਿੰਦੇ ਅੱਜ ਫਿਰ ਸੋਨੇ ਦੇ ਵੱਟੇ ਨਾਲ ਲੈ ਗਿਆ ਵੀ ਬਾਬਾ ਜੀ ਨੂੰ ਦੱਸ ਕੇ ਆਉਣਾ ਵੀ ਤੁਹਾਡੇ ਬਚਨਾਂ ਨਾਲ ਆਹ ਕੁਝ ਹੋਇਆ, ਇੰਨੀ ਤਰੱਕੀ ਹੋਈ। ਇਹਨੇ ਇੱਕ ਥੈਲੇ 'ਚ ਸੋਨੇ ਦੇ ਵੱਟੇ ਪਾਏ ਤੇ ਮਹਾਂਪੁਰਖਾਂ ਦੇ ਕੋਲੇ ਚਲਿਆ ਗਿਆ। ਉਹ ਸਾਧੂ ਦੀ ਉਹੋ ਹੀ ਕੁਟੀਆ ਜਾ ਕੇ ਹੱਥ ਜੋੜ ਕੇ ਫਿਰ ਬਹਿ ਗਿਆ, ਤੇ ਸਾਧੂ ਦੀ ਫਿਰ ਲੈਵ ਲੱਗੀ ਹੈ, ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ ਦੇ ਨਾਲ ਤਰੱਕੀ ਹੋਈ ਹੈ,
कोई बचन करो। महापुरख कहते इन्ना कुछ तैनू दे दिता, हजे कोई कमी है? फिर आ गया कहन लग्या नहीं महापुरखो तुसी वचन कीता, मैं मान लिया तुहाडे वचनां च इन्नी ताकत इन्नी शक्ति, बड़ा मेरा कारोबार बन गया, दुकान वड्डी बन गई, नौकर चाकर रखे ने, ते तुहाडी किरपा नाल हुण तां तोदन वाले वट्टे भी सोने दे बन गया, वेखो मैं लैके आया नाल। बाबा जी कहंदे हुण किवें आया? कहंदा जी कोई होर उपदेश बख्श दिओ, कोई होर वचन करो। महापुरख सहज सुभाव, फिर अखां उन्हां खोलियां नहीं, वचन कह दिता। कहन लगे सेठ जी जा आ वट्टे जाके नदी च सुट दे। औखा हो गया वचन मनना, भी सोने दे वट्टे नदी च किवें सुट दियां। एक बार मन ने शंका कीता, सोचिया मना इन्हां दे वचन नाल ही तां इन्नियां तरक्कीआं कीतीआं, इन्हां ने वचन कीता ते हुण नौकर चाकर काम करदे दुकान ते इन्नी वटत हुंदी है, दूरों दूरों लोग सौदा लैण आउंदे आ, इलाके च मेरा नां चलदा है, हुण वचन मनना चाहिए। मन ने फैसला कर लिया। ये एक मन नास्तिक है बंदे का, एक आस्तिक है। एक निरंकार वाले पासे नूं जोड़दा है, एक संसार वाले पासे नूं जोड़दा है। सड़क क्रॉस करनी होवे, एक मन कहंदा लंघ जा यार, दूजा मन कहंदा खड़ जा हजे गड्डी आउंदी है। डबल माइंडड हुंदा ना बंदा, खड़ के हर काम करन लग्या। जदों माड़ा काम करना होवे, एक मन की कहंदा कर लै यार, दुनिया करी जांदी है। दूजा मन वो कहंदा ना माड़ा नहीं करना यार, किसी नाल धोखा नहीं करना। दोवें मन लड़ते ने बंदे दे आपस विच। कहंदे ने जिहड़ा मन धर्म वाले पासे नूं लैके जांदा ना, फिर वो जित जांदा है। क्योंकि पातशाह ने बाणी च आखिया कूड़ नखुटे नानका ओढ़क सच रही। कहंदे हुण साधु का दूजा मन लड़दा तां है भी मन भी मसां वट्टे सोने दे बुनाए हैं यार, सिटिए किवें। पर दूजा मन कहंदा मना इन्हां दे बचना करके तां तरक्की कीती है, वचन मन लेना चाहिए है। वो सच्चे सुच्चे मन की मन लई जिहड़ा धर्म वाले पासे लैके जांदा है। हुण इहने हथ जोड़े, 7 वचन कह के वो थैला वटियां वाला चुकिया ते नदी के कंढे ते जाके खड़ के फिर सोचन लग्या भी सुट दियां। मन अजे भी शंका करता है भी सुट दियां कि ना सुटां। कई बार मन च आया होना भी ना सुटीए, हुण आपां महापुरखां दे कोल जांदे ही नहीं, पर सोचिया भी सुट देने चाहिए यार। महापुरखां ने बचन किया है। गुरमुखो गुरु दे जिहड़े बचन न हुंदे तां थोड़े सख्त है। किसी दी गड्डी दा एक्सीडेंट हो जाए ते गड्डी हो जाए चिब्बी ते आपां लै जाइए डेंटिंग वाले कोले, वो डेंट भावें किवें कढेगा। हुण गड्डी चंगी नहीं लगदी, कोई उस गड्डी नूं वेंदा नहीं चंगी तरह, गड्डी च पिया डेंट। जदों डेंटिंग वाले कोले लै गए, उहने फिर हथौड़े नाल डेंट कढने आ, ते जे तां गड्डी हथौड़े की सੱਟ नूं सहार गई ते डेंट निकल जाने आ, ते गड्डी ओहो जी बन जानी है जिहो जी एजेंसी चों लिआंदी सी नवीं नुक। सोहनी लगनी है गड्डी, सोहनी तां लगदी है एक्सीडेंट वाली जे वो हथौड़े की सੱਟ सहार जाए। रब ने तां तैनूं सच्चा ते सुच्चा जीवन दे के ही दुनिया ते भेजिया है, पर इत्थे संसार दे विच विचरदियां विचरदियां तेरे च डेंट बहुत पै गई। औगण बथेरे इकट्ठे कर ले, पाप बथेरे इकट्ठे कर ले, क्राइम बथेरे करदा, झूठ बथेरे बोलदा, चुगली निंदिया बथेरी करदा, इस करके हुण तू किसी नूं चंगा नहीं लगदा। हाँ गुरु जी डेंटिंग का काम करते आ जी किते इत्थे
शब्द रूपी हथौड़े की सੱਟ सहार ली। ਜਿਹੜਾ ਬੰਦਾ शब्द रूपी हथौड़े की सੱਟ सहार जावे, गुरु जी ਉਹਦੇ जीवन ਦੇ ਵਿੱਚੋਂ ਜਿਹੜੇ ਡੈਂਟ ਆ ਉਹ ਕੱਢ ਦਿੰਦੇ ਨੇ। ਫਿਰ ਉਹ ਬੰਦਾ कमाल ਦਾ बन ਜਾਂਦਾ। ਜਦੋਂ ਪਿੰਡ ਵਿੱਚੋਂ ਤੁਰੇਗਾ ਅਗਲਾ ਹੱਥ ਚੁੱਕੇਗਾ ਵੀ ਸਰਦਾਰ ਸਾਹਿਬ ਕੀ ਹਾਲ ਹੈ, ਕਿਉਂਕਿ ਉਹਦਾ ਜੀਵਨ ਕਮਾਲ ਹੈ। ਉਹਦੀ ਝਾਕਣੀ ਬੜੀ ਵਧੀਆ ਹੈ, ਉਹਦੀ ਬੋਲਣੀ ਬੜੀ ਵਧੀਆ ਹੈ। ਚੰਗੀ ਸੰਗਤ ਕਰਦਾ, ਮਾੜੀ ਸੰਗਤ ਕਰਦਾ ਹੀ ਨਹੀਂ। ਚੰਗੇ ਕੰਮ ਕਰਦਾ, ਮਾੜੇ ਕਰਦਾ ਹੀ ਨਹੀਂ। ਨਾ ਉਹ ਧੋਖਾ ਕਰੇ, ਨਾ ਠੱਗੀ ਮਾਰੇ, ਨਾ ਚੋਰੀ ਕਰੇ। ਹਾਂ, ਹੱਕ ਹਲਾਲ ਦੀ ਸੱਚੀ ਤੇ ਸੁੱਚੀ ਕਿਰਤ ਕਰਦਾ, ਉਹਦੇ ਵਿੱਚੋਂ ਵੀ ਉਹ ਫਿਰ ਦਸਵੰਧ ਦਿੰਦਾ। ਲੋੜਵੰਦਾਂ ਦੀ ਲੋੜ ਪੂਰੀ ਕਰਦਾ ਹੈ, ਕਿਸੇ ਗਰੀਬ ਦੀ ਲੋੜ ਪੂਰੀ ਕਰਦਾ ਹੈ। ਤੇ ਅਗਲਾ ਕਹਿੰਦਾ ਯਾਰ ਕਮਾਲ ਦਾ ਬੰਦਾ ਹੈ। ਬੰਦੇ ਨੇ ਤੇਰਾ ਨਜ਼ਰੀਆ ਦੇਖਣਾ, ਤੇਰੀ ਸੋਚ ਵੇਖਣੀ ਆ ਦੁਨੀਆ ਨੇ। ਤੇ ਸੋਚ ਬਦਲਦਾ ਉਹ ਬਾਪੂ। ਜਦੋਂ ਬਾਣੀ ਪੜ੍ਹੀਏ ਬਾਪੂ ਦੀ, ਪੜ੍ਹਦੇ ਰਹੋ, ਅਭਿਆਸ ਕਰਦੇ ਰਹੋ, ਮੈਡੀਟੇਸ਼ਨ ਜ਼ਰੂਰ। ਜਦੋਂ ਅਭਿਆਸ ਕਰਦੇ ਰਹੀਏ ਨਾ, ਤੇ ਬੰਦੇ ਦੀ ਜ਼ਿੰਦਗੀ, ਬੰਦੇ ਦਾ ਜੀਵਨ ਬਦਲ ਜਾਂਦਾ। ਤੇ ਬੰਦਾ ਕਈ ਵਾਰ ਸੋਚਦਾ ਵੀ 10 ਦਿਨ ਹੋ ਗਏ ਗੁਰਦੁਆਰਿਆਂ ਨੂੰ, ਬਦਲਿਆ ਤਾਂ ਕੁਛ ਨਹੀਂ। 10 ਦਿਨਾਂ 'ਚ ਕੁਝ ਨਹੀਂ ਬਦਲਦਾ। ਇਹ ਤਾਂ ਕਹਿੰਦੇ 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਤਾਂ ਜਾ ਕੇ ਸੰਗਤ ਵਿੱਚ ਬੈਠਣ ਦਾ ਪਤਾ ਹੀ ਲੱਗਦਾ ਵੀ ਬੈਠਣਾ ਕਿਵੇਂ ਆ। ਗੁਰੂ ਦੇ ਦਰ 'ਤੇ ਆ ਕੇ ਬੈਠਣਾ ਕਿਵੇਂ। ਗੱਲ ਕਰਦੇ ਸੀ ਕਿ ਹੁਣ ਉਹ ਸੇਠ ਜੀ ਨਦੀ ਦੇ ਕੰਢੇ 'ਤੇ ਖੜੇ ਨੇ, ਬਚਨ ਮੰਨ ਲਿਆ। ਅੱਜ ਅਸੀਂ ਕਹਿੰਦੇ ਨਾ ਵੀ ਸੁਖੀ ਕਿਵੇਂ ਹੋਣਾ ਹੈ, ਦੁੱਖਾਂ ਤੋਂ ਛੁਟਕਾਰਾ ਕਿਵੇਂ ਹੋਣਾ ਹੈ। ਆਪਾਂ ਹੁਣੇ ਹੀ ਪੜ੍ਹਨਾ ਹੈ ਆਨੰਦ ਸਾਹਿਬ ਦੀ ਅਖੀਰਲੀ ਪੌੜੀ। ਦੁੱਖ ਰੋਗ ਸੰਤਾਪ ਉਤਰੇ। ਇਹ ਕਿਵੇਂ ਉਤਰਨੇ ਆ ਭਲਾ? ਮਹਾਰਾਜ ਕਹਿੰਦੇ ਸੁਣੀ ਸੱਚੀ ਬਾਣੀ। ਜਦੋਂ ਤੂੰ ਸੱਚੀ ਬਾਣੀ ਨੂੰ ਸੁਣ ਲਏਗਾ, ਮਨ ਲਾ ਕੇ ਸੁਣੀ ਕਿਤੇ। ਇਹ ਨਾ ਹੋਵੇ ਇੱਕ ਕੰਨ 'ਚੋਂ ਸੁਣੀ ਤੇ ਦੂਜੇ 'ਚੋਂ ਬਾਹਰ ਕੱਢ ਦੇਵੇਂ। ਭਗਤ ਕਬੀਰ ਜੀ ਨੇ ਆਖਿਆ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਿਉ ਸਿੱਖਾਂ ਮੈਂ ਚੂਕ। ਅੰਧੇ ਏਕ ਨਾ ਲਾਗਈ, ਬਾਂਸ ਵਜਾਈਏ ਫੂਕ। ਕਿਤੇ ਉਹ ਗੱਲ ਨਾ ਹੋਵੇ ਵੀ ਅਗਿਆਨੀ ਨੇ, ਮੂਰਖ ਨੇ ਬਚਨ ਤਾਂ ਸੁਣ ਲਿਆ, ਪਰ ਅੰਦਰ ਨਹੀਂ ਵਸਾਇਆ, ਬਾਂਸ ਦੀ ਫੂਕ ਵਾਂਗੂ ਪਾਰ ਲੰਘ ਗਿਆ। ਇੱਕ ਕੰਨੋਂ ਸੁਣਿਆ, ਦੂਜੇ 'ਚ ਪਾਰ ਲੰਘ ਗਿਆ। ਇੱਥੇ ਇਹ ਗੱਲ ਚੇਤੇ ਰੱਖਿਓ ਵੀ ਗੁਰੂ ਜੀ ਤਾਂ ਸਰਬ ਕਲਾ ਸਮਰੱਥ ਸੰਪੂਰਨ ਹੈ ਸਾਰੀਆਂ ਕਲਾ 'ਚ। ਉਹ ਚਾਹੁਣ ਤੇ ਤੈਨੂੰ ਬੰਦਾ ਬਣਾ ਸਕਦੇ ਆ। ਕਿਸੇ ਪਸ਼ੂ ਨੂੰ ਨਹੀਂ ਕਹਿਣਾ ਪੈਂਦਾ ਵੀ ਤੈਨੂੰ ਪਸ਼ੂ ਬਣਾਈਏ, ਬੰਦੇ ਨੂੰ ਕਹਿਣਾ ਪੈਂਦਾ ਬੰਦਿਆ ਬੰਦਾ ਬਣ ਜਾ। ਕਿਉਂ ਆਖਿਆ? ਇਹ ਗੁਰੂ ਅਰਜਨ ਦੇਵ ਜੀ ਨੇ ਆਖਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾ ਜਨਮ ਹੀ ਆ, ਤੇਰੇ ਕੋਲੇ ਕਰਤੂਤਾਂ ਤਾਂ ਤੇਰੀਆਂ, ਹੁਣ ਮੈਂ ਨਾ ਬੋਲਾਂ, ਗੁਰੂ ਜੀ ਬੋਲੇ ਨੇ, ਕਰਤੂਤਾਂ ਤਾਂ ਤੇਰੀਆਂ ਪਸ਼ੂਆਂ ਵਾਲੀਆਂ। ਪਸ਼ੂ ਦਾ ਕੰਮ ਹੁੰਦਾ ਦੂਜੇ ਦੀ ਖੁਰਲੀ 'ਚ ਮੂੰਹ ਮਾਰਨਾ। ਇਸ ਕਰਕੇ ਬੰਦੇ ਨੂੰ ਕਹਿਣਾ ਪੈਂਦਾ ਵੀ ਬੰਦਿਆ ਬੰਦਾ ਬਣ ਜਾ। ਸਤਿਗੁਰੂ ਜੀ ਸਰਬ ਕਲਾ ਸਮਰੱਥ ਹੈ, ਹਰ ਬੰਦੇ ਨੂੰ ਬੰਦਾ ਬਣਾ ਸਕਦੇ ਆ। ਪਰ ਪਾਤਸ਼ਾਹ ਨੇ ਆਜ਼ਾਦੀ ਦਿੱਤੀ ਹੈ ਜੀ, ਹਰ ਬੰਦਾ ਸੁਤੰਤਰ ਹੈ, ਆਜ਼ਾਦ ਹੈ। ਹਾਂ, ਪਾਤਸ਼ਾਹ ਨੇ ਤੈਨੂੰ ਇਹ ਦੱਸਣਾ ਵੀ ਆਹ ਰਾਹ ਜਿਹੜਾ ਇਹ ਤੇਰੇ ਵਾਸਤੇ ਚੰਗਾ ਹੈ, ਆਹ ਰਾਹ ਮਾੜਾ, ਚੁਣਨਾ ਤੂੰ ਹੈ। ਤੈਨੂੰ ਪ੍ਰਮਾਤਮਾ ਨੇ ਦਿਮਾਗ ਤਾਂ ਦਿੱਤਾ ਹੈ, ਰੱਬ ਨੇ ਤੈਨੂੰ ਅੱਖਾਂ ਤਾਂ ਦਿੱਤੀਆਂ। ਹਰ ਕੰਮ ਪ੍ਰਮਾਤਮਾ ਤੇ ਨਾ ਛੱਡਦੀ ਵੀ ਜੋ ਕਰਦਾ ਰੱਬ ਹੀ ਕਰਦਾ। ਇਹ ਸ਼ਬਦ ਨਾ ਵਰਤ। ਰੱਬ ਨੇ ਕੁਝ ਤੇਰੇ ਵੱਸ ਵੀ ਰੱਖਿਆ ਹੈ, ਤੇਰੇ ਕੋਲ ਵੀ ਕੁਝ ਤਾਕਤ ਦਿੱਤੀ ਹੈ ਪ੍ਰਮਾਤਮਾ ਨੇ। ਜਦੋਂ ਕੋਈ ਅਸੀਂ ਤਾਂ ਉਹੋ ਜਿਹਾ ਕੰਮ ਹੋ ਜੇ ਤੇ ਕਹਿੰਦੇ ਰੱਬ ਨੇ ਕਰਿਆ, ਮਾਫ ਕਰਿਓ ਜੇ। ਕਿਸੇ ਦੀ ਧੀ ਨਾਲ ਬਲਾਤਕਾਰ ਹੋ ਜੇ, ਉਦੋਂ ਉਹਦੇ ਕੋਲੇ ਜਾ ਕੇ ਪਿਓ ਕੋਲੇ ਕਿਉਂ ਵੀ ਰੱਬ ਦਾ ਭਾਣਾ, ਰੱਬ ਨੇ ਕਰਿਆ, ਕਿਉਂ? ਉਦੋਂ ਨਹੀਂ ਕਿਹਾ ਜਾਣਾ ਤਾਂ, ਕਿਉਂਕਿ ਬਹੁਤ ਕੰਮ ਬੰਦਾ ਮਾੜੇ ਕਰਦਾ ਹੈ। ਸਤਿਗੁਰੂ ਪਾਤਸ਼ਾਹ ਨੇ ਤੈਨੂੰ ਰਸਤਾ ਦੱਸਣਾ, ਚੰਗਾ ਤੇ ਮਾੜਾ, ਤੈਨੂੰ ਸੁਤੰਤਰ ਕੀਤਾ, ਆਜ਼ਾਦ ਕੀਤਾ। ਇਸ ਕਰਕੇ ਸਤਿਗੁਰੂ ਜੀ ਸਭ ਕੁਝ ਕਰ ਸਕਦੇ ਨੇ, ਪਰ ਰਸਤਾ ਦੱਸਤਾ
पर सुन भी लिया, एक कन्नों सुनिया ते दूजियों बाहर कढ़ता, तां आख्या भी उत्थे सच्चा सतगुरु कुछ नहीं करदा। कबीर साचा सतगुर क्या करे जो सिखा मैं चूक चूक, कहते घाट नूं कमी नूं, जदों सिख च कमी होवे, बचन सुन भी लवे ते मन्ने ना, फिर गलती गुरु दी नहीं, उत्थे कमी तेरे च है। हुण सेठ ने वट्टे सिट ते नदी च बचन मन लिया, सिट के ते आ गया दुकान ते वट्टे होर ले आया सौदा तोलन। 4 कुछ दिन लंघे, कहंदे नाल दे पिंड दे कुछ दुकानदार इकट्ठे होके ना नदी पार करके ते इस सेठ दे कोलों अपनियां दुकानां वास्ते सौदा लैण आउंदे। ਉਹ ਜਦੋਂ ਪਰਲੇ ਕੰਢੇ ਤੋਂ ਨਦੀ ਦੇ ਵਿੱਚ ਬੇੜੀ 'ਚ ਬੈਠੇ, ਜਦੋਂ ਬੇੜੀ ਪਾਰ ਕੀਤੀ ਉਤਰਨ ਲੱਗੇ, ਬੇੜੀ ਪਾਣੀ 'ਚ ਹੀ ਖੜੀ ਹੈ, ਜਦੋਂ ਉਤਰੇ ਪੈਰ ਪਾਣੀ 'ਚ ਡੁੱਬੇ ਤੇ ਪੈਰਾਂ ਨੂੰ ਵੱਟੇ ਲੱਗ ਗਏ। ਵੇਖਿਆ ਵੀ ਕੁਝ ਚੁੱਭਿਆ, ਚੁੱਕ ਕੇ ਵੇਖਿਆ ਤੇ ਸੋਨੇ ਦਾ ਵੱਟਾ, ਹੋਰ ਹੱਥ ਮਾਰਿਆ ਹੋਰ ਵੱਟੇ, ਸਾਰੇ ਹੀ ਵੱਟੇ ਲੱਭ ਗਏ। ਉਹ ਆਪਸ 'ਚ ਗੱਲਾਂ ਕਰਦੇ ਆ, ਕਹਿੰਦੇ ਯਾਰ ਇਹ सोने दे वट्टे ये किहदे, ते कहंदे होर किसे दे है ही नहीं, तो उस सेठ दे आ। सेठ किसे नाल बेईमानी नहीं करदा, किसे नाल धोखा नहीं करदा, सौदा पूरा ते रेट पूरा, ना सौदा घट ना रेट वध, ईमानदार बंदा है। ये उसे दे वट्टे है ते उहनूं वापस करने चाहिए आ। जिहड़ा इन्ना ईमानदार बंदा होवे उहदे आपां वट्टे थोड़ी रखने आ। ਉਹ 3-4 ਜਾਣੇ ਸੀ, ਉਹਨਾਂ ਨੇ ਵੱਟੇ ਚੁੱਕੇ ਤੇ ਚੁੱਕ ਕੇ ਸੇਠ ਕੋਲੇ ਲੈ ਗਏ। ਜਦੋਂ ਸੇਠ ਕੋਲੇ ਲੈ ਕੇ ਕਹਿਣ ਲੱਗੇ ਸੇਠ ਜੀ ਤੁਹਾਡੀ ਚੋਰੀ ਹੋਈ ਹੈ? ਕਹਿਣ ਲੱਗੇ ਨਹੀਂ। ਕਹਿੰਦੇ ਕੋਈ ਚੋਰ ਆਇਆ ਹੋਣਾ ਤੁਹਾਡੇ ਵੱਟੇ ਚੋਰੀ ਕਰਕੇ ਲੈ ਗਿਆ, ਜਦੋਂ ਨਦੀ ਪਾਰ ਕਰਨ ਲੱਗਿਆ ਨਦੀ 'ਚ ਵੱਟੇ ਸੁੱਟ ਗਿਆ, ਡਿੱਗ ਪਏ ਉਹਦੇ ਤੋਂ। ਸੇਠ ਕਹਿਣ ਲੱਗਿਆ ਚੋਰੀ ਤਾਂ ਨਹੀਂ ਹੋਈ, ਇਹ ਵੱਟੇ ਤੁਸੀਂ ਕਿਉਂ ਲਿਆਂਦੇ? ਉਹ ਕਹਿੰਦੇ ਸਾਨੂੰ ਤਾਂ ਨਦੀ 'ਚੋਂ ਮਿਲ ਗਏ ਤੇ ਅਸੀਂ ਲੈ ਆਏ। ਕਹਿਣ ਲੱਗਿਆ ਤੁਸੀਂ ਦੁਕਾਨ 'ਤੇ ਬੈਠੋ। ਇਮਾਨਦਾਰ ਸੀ, ਉਹਨਾਂ 'ਤੇ ਵਿਸ਼ਵਾਸ ਕੀਤਾ, ਦੁਕਾਨ 'ਤੇ ਬਿਠਾਤਾ। ਕਹਿਣ ਲੱਗਿਆ ਮੈਂ ਹੁਣੇ ਹੀ ਆਇਆ। ਉਹ ਵੱਟੇ ਲਏ ਤੇ ਫਿਰ ਮਹਾਂਪੁਰਖਾਂ ਦੇ ਕੋਲੇ ਚਲਿਆ ਗਿਆ। ਕਹਿਣ ਲੱਗਿਆ ਬਾਬਾ ਜੀ ਮੈਨੂੰ ਤਾਂ ਰੱਬ ਦੀ ਕਸਮ ਤੁਹਾਡਾ ਬਚਨ ਮੰਨਿਆ ਸੀ, ਮੈਂ ਤਾਂ ਅੱਜ ਤੋਂ 4 ਦਿਨ ਪਹਿਲਾਂ ਵੱਟੇ ਸਾਰੇ ਸੋਨੇ ਦੇ ਇਕੱਠੇ ਕਰਕੇ ਨਦੀ 'ਚ ਸੁੱਟ ਆਇਆ ਸੀ, ਅੱਜ ਕੋਈ ਚੁੱਕ ਲਿਆਇਆ ਤੇ ਮੈਨੂੰ ਫੜਾ ਦਿੱਤੇ, ਹੁਣ ਮੈਂ ਇਹਨਾਂ ਵੱਟਿਆਂ ਦਾ ਕੀ ਕਰਾਂ? ਬਾਬਾ ਜੀ ਕਹਿੰਦੇ ਕਰਨਾ ਕੁਛ ਨਹੀਂ। ਮਹਾਂਪੁਰਖ ਕਹਿੰਦੇ ਹੱਕ ਹਲਾਲ ਦੀ ਕਮਾਈ ਹੋਵੇ ਤੇ ਨਦੀ 'ਚ ਵੀ ਸੁੱਟ ਦਿਓ ਤੇ ਤੁਹਾਨੂੰ ਵਾਪਸ ਮਿਲ ਜਾਣੀ ਹੈ, ਹੱਕ ਤੁਹਾਡਾ ਹੈ। ਤੇ ਜਿਹੜੀ ਬੇਈਮਾਨੀ ਦੀ ਆ ਉਹ ਉੱਡ ਜਾਂਦੀ ਹੈ, ਨਾਲ ਦਾ ਧਨ ਵੀ ਲੈ ਜਾਂਦੀ ਹੈ। ਇਸ ਕਰਕੇ ਜਿਹੜੀ ਹੱਕ ਦੀ ਕਮਾਈ ਹੁੰਦੀ ਹੈ ਨਾ ਗੁਰਮੁਖੋ, ਉਹ ਕਿਤੇ ਨਹੀਂ ਜਾਂਦੀ, ਉਹਦੇ 'ਚ ਬਰਕਤ ਹੁੰਦੀ ਹੈ, ਉਹਦੇ ਨਾਲ ਹੋਰ ਧਨ ਜੁੜ ਜਾਂਦਾ, ਸਗੋਂ ਹੋਰ ਧਨ ਜੁੜ ਜਾਂਦਾ। ਤੇ ਜਦੋਂ ਕਮਾਈ ਕਰਨੀ ਹੈ ਧਰਮ ਦੀ ਕਮਾਈ, ਗੁਰੂ ਦੇ ਬਚਨ ਨੂੰ ਮੁੱਖ ਰੱਖ ਕੇ, ਐਵੇਂ ਨਹੀਂ ਪਾਤਸ਼ਾਹ ਨੇ ਆਖਿਆ ਗੁਰ ਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਕਿਸੇ ਦਾ ਪਰਾਇਆ ਹੱਕ ਖਾਣਾ ਨਹੀਂ। ਦੁੱਧ ਵਿੱਚ ਨਾ ਪਾਣੀ ਪਾ ਕੇ ਨਹੀਂ, ਅੱਜ ਹੁੰਦਾ ਜੀ 10 ਕਿਲੋ ਦੁੱਧ ਅਗਲਾ ਕੁਆਂਟਲ ਬਣਾ ਕੇ ਵੇਚ ਦਿੰਦਾ, 10 ਕਿਲੋ ਦੁੱਧ ਦਾ ਕੁਆਂਟਲ ਬਣਾ ਲੈਂਦਾ। ਇਹੋ ਜਿਹੇ ਕੈਮੀਕਲ ਪਏ। ਮਠਿਆਈ ਲੈਣ ਜਾਓ ਉਹਦੇ 'ਚ ਵੀ ਇਹੋ ਜਿਹੀਆਂ ਮਿਲਾਵਟਾਂ ਕਰਦਾ। ਮਿਲਾਵਟ ਵਾਲੀ ਨਹੀਂ, ਕਿਸੇ ਦੇ ਸਰੀਰ ਨਾਲ ਖਿਲਵਾੜ ਨਹੀਂ, ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਰੱਬ ਨੇ ਤੁਹਾਨੂੰ ਬਖਸ਼ਣਾ ਨਹੀਂ। ਕੋਈ ਬੰਦਾ ਨੌਕਰੀ ਕਰਦਾ ਹੈ, ਜਿੰਨੀ ਸਰਕਾਰ ਤਨਖਾਹ ਦਿੰਦੀ ਹੈ ਉਹਦੇ 'ਤੇ ਗੁਜ਼ਾਰਾ ਕਰਨਾ ਸਿੱਖ ਲਵੇ, ਪਰ ਬੰਦੇ ਦਾ ਅੰਦਰੋਂ ਸਬਰ ਟੁੱਟ ਜਾਂਦਾ ਜੀ। ਲੱਖ ਲੱਖ ਰੁਪਈਆ ਲੈ ਕੇ ਰੱਜ ਨਹੀਂ ਬਣਦਾ, ਫਿਰ ਵੀ ਰਿਸ਼ਵਤ ਮੰਗਦਾ ਫਿਰਦਾ ਹੈ ਵੀ ਕਿਸੇ ਨਾ ਕਿਸੇ ਪਾਸੋਂ ਹੋਰ ਆ ਜੇ, ਪਰ ਉਹ ਰਿਸ਼ਵਤ ਨੇ ਤੇਰਾ ਜਿਹੜਾ ਲੱਖ ਰੁਪਈਆ ਤਨਖਾਹ ਵਾਲਾ ਉਹ ਵੀ ਉਡਾ ਕੇ ਲੈ ਜਾਣਾ ਹੈ, ਉਹ ਵੀ ਲੈ ਜਾਣਾ। ਇਸ ਕਰਕੇ ਹੱਕ ਹਲਾਲ ਦੀ ਸੱਚੀ ਤੇ ਸੁੱਚੀ ਕਮਾਈ ਕਰਨੀ ਚਾਹੀਦੀ ਹੈ, ਉਹਦੇ 'ਚ ਬਰਕਤਾਂ ਪੈਂਦੀਆਂ। ਹਮੇਸ਼ਾ ਉਸ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ। ਮੈਂ ਕਹਿੰਦਾ ਉਹਨਾਂ ਕੋਈ ਮਕਾਨ ਬਣਾ ਲੈਂਦਾ, ਉੱਤੇ ਲਿਖ ਦਿੰਦਾ ਇਹ ਭੇਦਾਤ ਤੇਰੀ ਦਾਤਾਰ,
ਕਿਸੇ ਨੇ ਗੱਡੀ ਲਈ ਨਵੀਂ, ਉਹ ਵੀ ਲਿਖ ਦਿੰਦਾ ਇਹ ਭੇਦਾਤ ਤੇਰੀ ਦਾ ਤਾਰ। ਪਰ ਜਿਹੜਾ ਸ਼ਬਦ ਇਹ ਗੁਰੂ ਸਾਹਿਬ ਨੇ ਜਿੱਥੇ ਵਰਤਿਆ ਨਾ, ਉਹਨੂੰ ਚੇਤੇ ਰੱਖਿਓ। ਜੇ ਕਦੋਂ ਵਰਤਿਆ ਉਦੋਂ ਅਸੀਂ ਨਹੀਂ ਕਹਿੰਦੇ ਵੀ ਇਹ ਭੇਦਾਤ ਤੇਰੀ ਦਾ ਤਾਰ। ਮਹਾਰਾਜ ਕਹਿੰਦੇ ਦੁੱਖ ਭੂਖ ਸਦ ਮਾਰ, ਤੈਨੂੰ ਦੁੱਖ ਤੇ ਭੁੱਖ ਦੀ ਸਦਾ ਪੈ ਜੇ ਮਾਰ, ਉਦੋਂ ਉਲਾਮਾ ਨਾ ਦਈ। ਉਦੋਂ ਕਹਿੰਦਾ ਰੱਬਾ ਸਾਡੇ ਦੀ ਕਹਿਰ ਕਮਾਉਣਾ ਸੀ, ਤੈਨੂੰ ਹੋਰ ਘਰ ਦਿਸਿਆ ਹੀ ਨਹੀਂ, ਸਾਡੇ ਤੇ ਇਹ ਕੁਝ ਕਰਨਾ ਸੀ, ਤੂੰ ਇਹ ਦੁੱਖ ਸਾਨੂੰ ਹੀ ਦੇਣਾ ਸੀ, ਰੱਬ ਨੇ ਚੰਗਾ ਨਹੀਂ ਕੀਤਾ। ਉਦੋਂ ਉਲਾਮੇ ਨਾ ਦਈ। ਦੁੱਖ ਭੂਖ ਸਦ ਮਾਰ, ਆ ਪਹਿਲਾਂ ਵਾਲੀ ਤੁਕ ਚੇਤੇ ਰੱਖਿਓ, ਬਾਅਦ ਵਾਲੀ ਤਾਂ ਸਾਨੂੰ ਚੇਤੇ ਹੀ ਹੈ। ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਮਾਲਕਾ ਜੇ ਤੂੰ ਦੁੱਖ ਦਿੱਤਾ ਮੈਂ ਖੁਸ਼ ਹਾਂ। ਤੇ ਅਰਦਾਸ ਇਹ ਨਾ ਕਰਿਆ ਕਰੋ ਵੀ ਸਾਡੇ ਘਰੇ ਦੁੱਖ ਨਾ ਆਵੇ। ਜੇ ਹੁਣ ਗੁਲਾਬ ਦਾ ਬੂਟਾ ਕਵੇ ਵੀ ਮੈਨੂੰ ਕੰਡੇ ਲੱਗਣ ਹੀ ਨਾ, ਜੇ ਕੰਡੇ ਨਾ ਲੱਗੇ ਤੇ ਗੁਲਾਬ ਦਾ ਫੁੱਲ ਸੋਹਣਾ ਨਹੀਂ ਲੱਗਣਾ। ਕਹਿੰਦੇ ਜਿੰਨਾ ਕੰਡਾ ਤਿੱਖਾ ਹੁੰਦਾ ਓਨਾ ਹੀ ਫੁੱਲ ਸੋਹਣਾ ਲੱਗਦਾ। ਜਿੰਨੇ ਤੇਰੀ ਜ਼ਿੰਦਗੀ 'ਚ ਵੱਡੇ ਵੱਡੇ ਦੁੱਖ ਆਉਣਗੇ ਓਨੇ ਹੀ ਤੈਨੂੰ ਸੁੱਖ ਵੀ ਮਿਲਣੇ ਆ। ਦੁਨੀਆ ਓਨਾ ਹੀ ਤੈਨੂੰ ਚੇਤੇ ਕਰੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਿੰਦਗੀ 'ਚ ਸਭ ਤੋਂ ਵੱਧ ਦੁੱਖ ਆਏ, ਉਦੋਂ ਵੱਧ ਦੁੱਖ ਤਾਂ ਨਹੀਂ ਕਿਸੇ ਦੀ ਜ਼ਿੰਦਗੀ 'ਚ ਆਏ ਹੋਣੇ, ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁਨੀਆ ਯਾਦ ਕਰਦੀ ਹੈ। ਸਿੱਖ ਲੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ। ਮਾਲਕ ਦੇ ਚਰਨਾਂ 'ਚ ਅਰਦਾਸ ਨਾ ਕਰਿਆ ਕਰ ਵੀ ਮਾਲਕਾ ਮੈਨੂੰ ਦੁੱਖ ਨਾ ਦੇਈਂ, ਮਾਲਕ ਦੇ ਚਰਨਾਂ 'ਚ ਅਰਦਾਸ ਕਰਿਆ ਕਰ, ਮਾਲਕ ਜੀ ਦੁੱਖ ਤਾਂ ਤੇਰੀ ਦਾਤ ਹੈ, ਪਰ ਮੈਨੂੰ ਦੁੱਖ ਨਾਲ ਜੂਝਣ ਦੀ ਤਾਕਤ ਦੇਈਂ, ਦੁੱਖ ਝੱਲਣ ਦੀ ਤਾਕਤ ਦੇਈਂ। ਮੈਂ ਦੁੱਖ ਨੂੰ ਇਹ ਦੱਸ ਸਕਾਂ ਵੀ ਮੇਰਾ ਮਾਲਕ ਬਹੁਤ ਵੱਡਾ ਹੈ। ਜਿਹਦਾ ਮਾਲਕ ਵੱਡਾ ਹੋਵੇ ਉਹਨੂੰ ਵੱਡਾ ਦੁੱਖ ਆ ਹੀ ਨਹੀਂ ਸਕਦਾ। ਜਿਹੜਾ ਕਹਿੰਦਾ ਹਾਏ ਮੇਰਿਆ ਰੱਬਾ ਦੁੱਖ ਵੱਡਾ, ਦੁੱਖ ਤਾਂ ਵੱਡਾ ਹੁੰਦਾ ਹੀ ਨਹੀਂ। ਪਾਤਸ਼ਾਹ ਨੇ ਕਿਸੇ ਦੁੱਖ ਦੀ ਗੱਲ ਬਾਣੀ 'ਚ ਨਹੀਂ ਕੀਤੀ। ਜਿਹੜੇ ਰੋਗ ਜਿਹੜੇ ਦੁੱਖ ਸਾਨੂੰ ਲੱਗੇ ਨੇ ਉਹ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਹਉਮੈ ਵੱਡਾ ਰੋਗ ਹੈ, ਦਾਰੂ ਭੀ ਇਸ ਮਾਹੇ। ਮਹਾਰਾਜ ਕਹਿੰਦੇ ਹਉਮੈ ਦਾ ਰੋਗ ਬੜਾ ਵੱਡਾ, ਇਹਨੂੰ ਕੱਢਦੀ, ਇਹਦੀ ਦਵਾਈ ਹੈਗੀ ਹੈ ਸਰਬ ਰੋਗ ਕਾ ਔਖਦ ਨਾਮ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਹੋਈ। ਹਾਂ 5 ਮਿੰਟ ਆਪ ਜੀਆਂ ਦੇ ਹੋਰ ਲਵਾਂ। ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਜਿਹੜੀ ਅਸੀਂ ਫਸਲ ਬੀਜਦੇ ਹਾਂ, ਮੰਨ ਲਓ ਚਰੀ ਬੀਜੀ ਹੈ, ਪੱਠੇ ਬੀਜੇ, ਜੇ ਤਾਂ ਚਰੀ ਨੂੰ ਪਾਣੀ ਨਾ ਲੱਗੇ ਸੁੱਕ ਜੇ, ਫਿਰ ਪਾਣੀ ਲਾ ਦਿਓ, ਚਰੀ ਨੇ ਫਿਰ ਹਰੀ ਹੋ ਜਾਣਾ। ਤੇ ਮਹਾਰਾਜ ਕਹਿੰਦੇ ਜਿਹੜੀ ਫਸਲ ਪਾਣੀ ਨਾਲ ਪਹਿਲਾਂ ਹੀ ਭਰੀ ਹੈ, ਚਰੀ ਨੂੰ ਪਾਣੀ ਨਾਲ ਭਰ ਦਿਓ ਨੱਕਾ ਨੱਕ, ਖੜੇ ਪਾਣੀ ਤੋਂ ਗਲ ਜਾਏ ਡੁੱਬ ਜਾਏ। ਹੁਣ ਉਹਦਾ ਹੱਲ ਹੈਗਾ ਕੋਈ? ਪਾਣੀ ਨਹੀਂ ਲੱਗਿਆ ਸੀ, ਪਾਣੀ ਲਾਤਾ ਹਰੀ ਹੋ ਗਈ, ਪਰ ਪਾਣੀ ਖੜੇ ਤੋਂ ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਪਹਿਲਾਂ ਹੀ ਪਾਣੀ ਭਰਿਆ, ਹੁਣ ਭਾਵੇਂ ਚਰੀ ਦੀਆਂ ਟੋਪੀਆਂ ਲਵਾ ਦੇ ਪਾਣੀ 'ਚ, ਹੁਣ ਉਹ ਚਰੀ ਹਰੀ ਨਹੀਂ ਹੋਣੀ। ਚਰੀ ਮੈਂ ਕੋਲੋਂ ਆਖਿਆ, ਸਤਿਗੁਰੂ ਨੇ ਤਾਂ ਫਸਲ ਦੀ ਗੱਲ ਕੀਤੀ ਹੈ, ਕੋਈ ਫਸਲ ਹੋ। ਬੰਦੇ ਨੂੰ ਹਉਮੈ ਆ ਜੇ ਵੀ ਘਰ ਵੱਡਾ ਮੇਰਾ, ਗੱਡੀ ਸੋਹਣੀ ਹੈ, ਮੇਰੇ ਕੋਲੇ ਪ੍ਰੋਪਰਟੀ ਵੱਡੀ ਹੈ, ਜ਼ਮੀਨ ਬਹੁਤੀ ਹੈ, ਬੈਂਕ ਬੈਲੈਂਸ ਬਹੁਤ ਹੈ, ਬੜਾ ਕੁਝ ਹੈ ਮੇਰੇ ਕੋਲੇ, ਧੀਆਂ ਪੁੱਤ ਸੈੱਟ ਆ, ਬਸ ਕਾਰੋਬਾਰ ਠੀਕ ਹੈ ਜੀ, ਇੱਕ ਕੈਨੇਡਾ ਬੈਠਾ, ਦੂਜਾ ਇੰਗਲੈਂਡ ਬੈਠਾ, ਨੌਵਾਂ ਨੌਕਰੀ ਕਰਦੀਆਂ, ਸਭ ਕੁਝ ਸੈੱਟ ਹੈ। ਹਉਮੈ ਆ ਜੇ ਤੇ ਗੁਰੂ ਦੇ ਦਰ ਤੇ ਆ ਕੇ ਨਾਮ ਜਪ ਲੈ, ਬਾਣੀ ਪੜ੍ਹ ਲੈ, ਤੇ ਹਉਮੈ ਨਿਕਲ ਜਾਂਦੀ ਹੈ। ਤੇ ਜੇ ਕਿਤੇ ਬਾਣੀ ਪੜ੍ਹ ਕੇ ਹਉਮੈ ਆ ਜੇ, ਨਾਮ ਜਪਣ ਕਰਕੇ ਹਉਮੈ ਆ ਜੇ ਵੀ ਮੇਰੇ ਵਰਗਾ ਕੌਣ ਆ, ਮੈਂ ਤੜਕੇ ਉੱਠਦਾ, ਮੈਂ 5 ਬਾਣੀਆਂ ਪੜ੍ਹਦਾ, ਵਾਹਿਗੁਰੂ ਦਾ ਸਿਮਰਨ ਮੈਂ ਕਰਦਾ, ਹੁਣ ਭਲਾ ਕੋਈ ਹੱਲ ਹੈਗਾ? ਇਹਦਾ ਕੋਈ ਹੱਲ ਨਹੀਂ। ਅਰਦਾਸ ਕਰਿਆ ਕਰੋ, ਮਹਾਰਾਜ
ਬਾਣੀ ਪੜ੍ਹ ਕੇ ਨਾਮ ਜਪ ਕੇ ਹਉਮੈ ਨਾ ਆ ਜੇ। ਦੁਨੀਆ ਦੇ ਕੰਮ ਕਾਰ ਕਰਦਿਆਂ ਹਉਮੈ ਆਉਂਦੀ ਆ ਜੇ ਕੋਈ ਗੱਲ ਨਹੀਂ, ਉਹਦਾ ਇਲਾਜ ਤਾਂ ਗੁਰੂ ਕੋਲੇ ਹੈਗਾ। ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਹਉਮੈ ਨਿਕਲ ਜਾਏਗੀ। ਪਰ ਬਾਣੀ ਪੜ੍ਹਨ ਕਰਕੇ, ਨਾਮ ਜਪਣ ਕਰਕੇ ਹਉਮੈ ਨਾ ਆ ਜੇ, ਇਹ ਅਰਦਾਸ ਕਰਿਆ ਕਰੋ। ਮਾਲਕ ਜੀ ਦੁੱਖ ਵੀ ਆਉਣ ਕੋਈ ਗੱਲ ਨਹੀਂ, ਝੱਲ ਲਾਂਗੇ, ਤਾਕਤ ਦੇ, ਤੇਰੀ ਕਿਰਪਾ ਹੋਵੇ। ਇੱਥੇ ਤਾਂ ਤੂੰ ਥਾਪੜਾ ਦੇ ਦਿੰਦਾ ਤੇ ਬਚਿੱਤਰ ਸਿੰਘ ਪਤਲੇ ਜੇ ਸਰੀਰ ਦਾ ਹਾਥੀ ਦਾ ਮੁਕਾਬਲਾ ਕਰ ਲੈਂਦਾ। ਜਦੋਂ ਤੂੰ ਸਾਨੂੰ ਥਾਪੜਾ ਦੇਂਗਾ, ਅਸੀਂ ਨਿੱਕੇ ਨਿੱਕੇ ਦੁੱਖਾਂ ਦਾ ਮੁਕਾਬਲਾ ਹੀ ਨਾ ਕਰ ਸਕਾਂਗੇ। ਥਾਪੜਾ ਚਾਹੀਦਾ ਤੇਰਾ ਬਸ। ਸਤਿਗੁਰੂ ਪਾਤਸ਼ਾਹ ਜੀ ਕੰਡ ਤੇ ਹੱਥ ਰੱਖਿਓ ਜੀ, ਸਿਰ ਤੇ ਮੇਰਾ ਭਰਿਆ ਹੱਥ ਰੱਖਿਓ ਜੀ। ਇਹ ਅਰਦਾਸ ਕਰਿਆ ਕਰੋ, ਮਹਾਰਾਜ ਕਿਰਪਾ ਕਰਿਓ, ਬਾਣੀ ਨਾਲ ਜੁੜੇ ਰਹੀਏ, ਬਾਣੇ ਨਾਲ ਜੁੜੇ ਰਹੀਏ, ਤੇਰੇ ਦਰ ਤੇ ਹਾਜ਼ਰੀਆਂ ਭਰਦੇ ਰਹੀਏ, ਨਾਮ ਜਪਦੇ ਰਹੀਏ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ ਹੁੰਦੇ ਨੇ। ਗੁਰਮਤਿ ਵਿਚਾਰਾਂ ਕਰਦਿਆਂ, ਕਥਾ ਕਰਦਿਆਂ ਸੰਗਤ ਜੀ ਦਾਸ ਤੋਂ ਇੱਕ ਨਹੀਂ, ਅਨੇਕਾਂ ਹੀ ਭੁੱਲਾਂ ਹੋਈਆਂ ਹੋਣੀਆਂ। ਗੁਰੂ ਔਰ ਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਜਿਤਨੀ ਸੰਗਤ ਨੇ ਇਕਾਗਰਤਾ ਬਣਾ ਕਰਕੇ ਸੁਣਿਆ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਤਕਰੀਬਨ ਆਪਾਂ ਨੂੰ 1 ਘੰਟੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ। 1 ਘੰਟਾ ਤੇ 1 ਮਿੰਟ ਹੋ ਗਏ ਜੀ ਆਪਾਂ ਨੂੰ ਵਿਚਾਰ ਕਰਦਿਆਂ ਨੂੰ। ਸਭਨਾਂ ਨੇ ਹਾਜ਼ਰੀਆਂ ਭਰੀਆਂ, ਸਭਨਾਂ ਦਾ ਧੰਨਵਾਦ। ਸਭਨਾਂ ਨੂੰ ਜੀਓ ਆਇਆ। ਆਪਾਂ ਸਭਨਾਂ ਨੇ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ, ਫਿਰ ਅਰਦਾਸ, ਫਿਰ ਹੁਕਮਨਾਮਾ ਸਾਹਿਬ ਬੁਲਾਇਓ। ਫਤਿਹ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ